ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ ਜਿਨਾ ਸਾਸ ਗਿਰਾਸ ਨਾ ਵਿਸਰੈ। ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ। ਪੂਰਨ ਸੋਈ ਸੰਤ ਜਿਨਾ ਦਿਸੰਦੜਿਆ ਦੁਰਮਤ ਵੰਜੈ। ਮਿੱਤਰ ਅਸਾਡੜੇ ਸੇਈ ਹਉ ਢੁਢੇਦੀ ਜਗ ਸਵਾਇਆ। ਜਨ ਨਾਨਕ ਵਿਰਲੇ ਕੇਈ ਧਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ। ਸੰਤ ਪ੍ਰਸਾਦ ਹਰ ਨਾਮ ਧਿਆਇਆ। ਸਰਬ ਕੁਸ਼ਲ ਤਬ ਥੀਆ। ਸੰਤਨ ਬਿਨ ਅਵਰ ਨ ਦਾਤਾ ਬੀਆ। ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ। ਹਮ ਸੰਤਨ ਕੀ ਰੇਨ ਪਿਆਰੇ। ਹਮ ਸੰਤਨ ਕੀ ਸਰਣਾ। ਸੰਤ ਹਮਾਰੀ ਓਟ ਸਤਾਣੀ। ਸੰਤ ਹਮਾਰਾ ਗਹਿਣਾ। ਹਮ ਸੰਤਨ ਸਿਓ ਬਣ ਆਈ। ਪੂਰਬ ਲਿਖਿਆ ਪਾਈ। ਇਹ ਮਨ ਤੇਰਾ ਭਾਈ। ਸੰਤਨ ਸਿਓ ਮੇਰੀ ਲੇਵਾ ਦੇਵੀ। ਸੰਤਨ ਸਿਓ ਵਿਵਹਾਰਾ। ਸੰਤਨ ਸਿਓ ਹਮ ਲਾਹ ਖਾਟਿਆ। ਹਰ ਭਗਤ ਭਰੇ ਭੰਡਾਰਾ। ਸੰਤਨ ਮੋਹ ਕਉ ਪੂੰਜੀ ਸੌਪੀ। ਤਉ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੈਗੋ। ਜੋ ਫਾਟਿਓ ਸਗਲੋ ਲਿਖਾ। ਮਹਾ ਆਨੰਦ ਭਏ ਸੁਖ ਪਾਇਆ। ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰਿ ਸਿਉ ਮਨ ਮਾਨਿਆ। ਰੰਗ ਰਤੇ ਬਿਸਮਾਦੇ। ਭਾਗ ਠੜੇ ਹਰ ਸੰਤ ਤੁਮਾਰੇ। ਜਿਨ ਘਰ ਧਨ ਹਰ ਨਾਮਾ। ਪ੍ਰਵਾਨ ਗਣੀ ਸੇਈ ਇਹ ਆਏ। ਸਫਲ ਤਿਨਾ ਕੇ ਕੰਮਾ। ਮੇਰੇ RAM ਹਰ ਜਨ ਕੈ ਹਉ ਬਲ ਜਾਈ। ਕਿਸਾ ਕਾ ਕਰ ਚਵਰ ਟੁਲਾਵਾ।
ਚਰਨ ਧੂੜ ਮੁਖ ਲਾਈ। ਜਨਮ ਮਰਨ ਦੁਹੁ ਮਹਿ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਪੱਖਾ ਫੇਰੀ ਪਾਣੀ ਢੋਆ, ਹਰ ਜਨ ਕੈ ਪੀਸਣ ਪੀਸ ਕਮਾਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ। ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾ। ਜੋ ਸਾਧੂ ਸਰਣੀ ਪਰੇ, ਤਿਨਕੇ ਕਵਨ ਵਿਚਾਰ। ਦੰਤ ਜੀਵ ਜਿਮ ਰਾਖ ਹੈ, ਦੁਸ਼ਟ ਅਰਿਸ਼ਟ ਸੰਘਾਰ। ਆਇਆ ਤਾਕਾ ਸਫਲ ਹੈ, ਪਰ ਉਪਕਾਰੀ ਹੋਇ। ਦੁਖ ਸਹਿ ਸਿਰ ਆਪਣੇ, ਸੁਖਦਾਈ ਸਭ ਕੋਇ। ਬੇਸ਼ੁਮਾਰ ਅਥਾਹ ਅਗਨਤ ਅਤੁੱਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਲੱਖ ਸੀਗਾਰ ਬਣਾਇਆ, ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਖਿਣੈ ਮਾਹੇ, ਜਿਨ ਸਿਓ ਲੱਗਾ ਹੇਤ। ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਨਾਗਤੀ,
ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੁੰਦਰ ਦੀਵਾਨ ਸਜੇ ਹਨ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਅੰਮ੍ਰਿਤ ਬਾਣੀ ਦੇ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪ੍ਰਵਾਹ ਚੱਲ ਰਹੇ ਹਨ। ਗੁਰੂ ਪ੍ਰੇਮੀਓ, ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 13ਵੇਂ ਮੁਖੀ, ਸੋ ਉਹ ਮਹਾਨ ਸੂਰਬੀਰ ਯੋਧੇ, ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ। ਤਿੰਨਾਂ ਮਹਾਂਪੁਰਖਾਂ ਦੀ ਯਾਦ ਨੂੰ ਮਨਾਉਂਦਿਆਂ ਪਰਸੋਂ ਰੋਜ਼ ਤੋਂ ਸਮੂਹ ਸੰਗਤ ਨੇ ਉਦਮ ਕੀਤਾ। ਸਤਿਗੁਰੂ ਜੀ ਨੇ ਕਿਰਪਾ ਕਰਕੇ ਪ੍ਰੇਰਿਆ। ਗੁਰੂ ਕੇ ਪਿਆਰਿਓ, ਪਾਵਨ ਸ਼੍ਰੀ ਅਖੰਡ ਪਾਠ ਸਾਹਿਬ ਸਮੇਤ ਸ਼੍ਰੀ ਜਪਜੀ ਸਾਹਿਬ ਜੀ ਦੇ ਪ੍ਰਾਰੰਭ ਹੋਏ। ਅੰਮ੍ਰਿਤ ਬਾਣੀ ਆਦਿ ਤੋਂ ਮੱਧ, ਮੱਧ ਤੋਂ ਸੰਪੂਰਨ ਨਿਰਵਿਘਨਤਾ ਸਹਿਤ ਭੋਗ ਪਏ ਹਨ। ਉਪਰੰਤ ਸਤਿਗੁਰੂ ਗਰੀਬ ਨਿਵਾਜ ਜੀ ਨੇ ਪਾਵਨ ਸ਼੍ਰੀ ਮੁਖ ਆਗ ਬਖਸ਼ਿਸ਼ ਕੀਤੇ, ਔਰ ਗੁਰੂ ਕੇ ਪਿਆਰਿਓ, ਨਾਲ ਹੀ ਹੁਣ ਸੋ ਸੰਗਰਾਂਦ ਦਾ ਦਿਹਾੜਾ ਹੋਣ ਕਰਕੇ ਮਹੀਨੇ ਦੀ ਕਥਾ ਵਿਚਾਰ ਹੋਵੇਗੀ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ 5 ਗੁਰਬਾਣੀਆਂ ਦੇ ਨਿਤਨੇਮ, ਇਸੇ ਤਰ੍ਹਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਚੰਡੀ ਜੀ ਦੀ ਵਾਰ ਦੇ ਪਾਠ, 12 ਬਾਅਦ ਦੀ ਬਾਣੀ, ਹੋਰ ਬੇਅੰਤ ਬਾਣੀ ਦੇ ਜਾਪ ਹੋਏ। ਉਪਰੰਤ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ। ਸੋ ਪਾਵਨ ਇਹ ਮਹਾਂਪੁਰਖਾਂ ਦੇ ਸਥਾਨ ਦੇ ਹਜ਼ੂਰੀ ਜਥੇ ਭਾਈ ਹਰਪ੍ਰੀਤ ਸਿੰਘ ਜੀ ਦੇ ਜਥੇ ਨੇ ਕੀਤਾ। ਇਸੇ ਤਰ੍ਹਾਂ ਉਪਰੰਤ ਭੋਗ ਪਏ ਹਨ। ਹੁਣ ਗੁਰੂ ਕੇ ਪਿਆਰਿਓ, ਮਹਾਂਪੁਰਖਾਂ ਦੇ ਜੀਵਨ ਪ੍ਰਤੀ ਕੁਝ ਸ਼ਬਦ, ਕੁਝ ਸਮਾਂ ਵਿਚਾਰਾਂ ਹੋਣਗੀਆਂ, ਔਰ ਇਸੇ ਤਰ੍ਹਾਂ ਜੋ ਮਹੀਨੇ ਦੀ ਵਿਚਾਰ ਹੋਵੇਗੀ। ਸਤਿਕਾਰਯੋਗ ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਗੁਰੂ ਪਿਆਰਿਓ, ਮਹਾਂਪੁਰਖਾਂ ਦੇ ਦਾ ਜਨਮ
ਸਤਿਕਾਰਯੋਗ ਜਥੇਦਾਰ ਕਹਿਣੀ ਕਰਨੀ ਦੇ ਪੂਰੇ ਔਰ ਗੁਰਮਤਿ ਦੇ ਧਾਰਣੀ ਪੰਜ ਕਕਾਰਾਂ ਦੀ ਰਹਿਤ ਵਾਲੇ ਗੁਰਸਿੱਖ ਜਥੇਦਾਰ ਸਤਿਕਾਰਯੋਗ ਬਾਬਾ ਝੰਡਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸਤਿਕਾਰਯੋਗ ਮਾਤਾ ਲਾਭ ਕੌਰ ਜੀ ਦੀ ਕੁੱਖੋਂ ਸੋ ਗੁਰੂ ਕੇ ਪਿਆਰਿਓ 1932 ਈਸਵੀ ਨੂੰ ਹੋਇਆ ਪਿੰਡ ਭੂਰੇ ਕੋਨੇ। ਸੋ ਇਸੇ ਤਰ੍ਹਾਂ ਮਹਾਂਪੁਰਖਾਂ ਦੇ ਸੋ ਜਿਸ ਵੇਲੇ ਮਹਾਂਪੁਰਖਾਂ ਦਾ ਜਨਮ ਹੋਇਆ ਗੁਰੂ ਕੇ ਪਿਆਰਿਓ ਘਰ ਵਿੱਚ ਗੁਰਮਤਿ ਦਾ ਮਾਹੌਲ ਹੋਣ ਕਰਕੇ ਪਿੰਡ ਦੇ ਗ੍ਰੰਥੀ ਸਿੰਘ ਬਾਬਾ ਬੱਗਾ ਸਿੰਘ ਜੀ ਜੋ ਰਹਿਤ ਵਿੱਚ ਤਿਆਰ ਸਨ, ਤਿਨਾਂ ਨੂੰ ਸੱਦ ਕਰਕੇ ਗੁਰਮਤਿ ਦੀ ਗੁੜਤੀ ਦਿੱਤੀ ਗਈ। ਪੰਜ ਗੁਰੂ ਕੇ ਪਿਆਰਿਓ ਜਿਵੇਂ ਸੋ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਛੋਟੇ ਲੋਹੇ ਦੇ ਬਾਟੇ ਦੇ ਵਿੱਚ ਛਟਾਂਕੀ ਜਲ ਪਾ ਕਰਕੇ ਸਵੱਛ ਜਲ, ਛੋਟੇ 5 ਪਤਾਸੇ ਪਾ ਕਰਕੇ ਇਸੇ ਤਰ੍ਹਾਂ ਜੋ ਗਾਤਰੇ ਵਾਲੇ ਸ੍ਰੀ ਸਾਹਿਬ ਦੇ ਨਾਲ ਵੀਰ ਆਸਣ ਲਾ ਕਰਕੇ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਜਿੰਨਾ ਚਿਰ ਤੱਕ ਜਪਜੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਉਹਨਾਂ ਚਿਰ ਤੱਕ ਸ੍ਰੀ ਸਾਹਿਬ ਦੇ ਨਾਲ ਇਸ ਜਿਵੇਂ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ, ਇਸ ਤਰ੍ਹਾਂ ਸ੍ਰੀ ਸਾਹਿਬ ਜੀ ਨੂੰ ਬਾਟੇ ਦੇ ਵਿੱਚ ਫੇਰਦੇ ਰਹਿਣਾ। ਇਸ ਪ੍ਰਕਾਰ ਸੋ ਬਾਬਾ ਝੰਡਾ ਸਿੰਘ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਕਰਕੇ ਅਰਦਾਸ ਕਰਕੇ ਪੰਜ ਜੋ ਅੰਮ੍ਰਿਤ ਦੀਆਂ ਬੂੰਦਾਂ ਨੋਕ ਦੇ ਨਾਲ ਜੋ ਸਤਿਕਾਰਯੋਗ ਬਾਬਾ ਝੰਡਾ ਸਿੰਘ ਜੀ ਦੇ ਪਚੰਗੀ ਭਾਵ ਸੰਤ ਗਿਆਨੀ ਕਰਤਾਰ ਸਿੰਘ ਜੀ ਜੋ ਬਾਲਕ ਜਿਸ ਵੇਲੇ ਬਾਲਕ ਅਵਸਥਾ ਜਨਮ ਲਿਆ, ਇਹ ਅੰਮ੍ਰਿਤ ਦੀ ਗੁੜਤੀ ਦਿੱਤੀ। ਬਾਕੀ ਦਾ ਅੰਮ੍ਰਿਤ ਸਤਿਕਾਰਯੋਗ ਮਾਤਾ ਜੀ ਨੂੰ ਪਿਲਾ ਦਿੱਤਾ ਗਿਆ। ਜਿਸ ਵੇਲੇ ਮਾਤਾ ਜੀ ਚੱਲਣ ਫਿਰਨ ਦੇ ਯੋਗ ਹੋਏ, ਗੁਰੂ ਕੇ ਪਿਆਰਿਓ ਆਪ ਇਸ਼ਨਾਨ ਕੀਤਾ, ਪਚੰਗੀ ਸਿੰਘ ਨੂੰ ਇਸ਼ਨਾਨ ਕਰਾਇਆ, ਸਾਰਾ ਪਰਿਵਾਰ ਗੁਰੂ ਘਰ ਵਿੱਚ ਆਇਆ ਔਰ ਬਾਬਾ ਝੰਡਾ ਸਿੰਘ ਜੀ ਨੇ ਗ੍ਰੰਥੀ ਸਿੰਘ ਜੀ ਨੇ ਅਰਦਾਸ ਕਰਕੇ ਸ਼੍ਰੀ ਮੁਖ ਵਾਕ ਲਿਆ ਔਰ ਜੈਤਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋਰ, ਇਹ ਪਾਵਨ ਸ਼੍ਰੀ ਮੁਖ ਵਾਕ ਆਇਆ। ਸ਼੍ਰੀ ਮੁਖ ਵਾਕ ਦੇ ਪਹਿਲੇ ਅੱਖਰ ਤੋਂ ਨਾਮ ਕਰਤਾਰ ਸਿੰਘ ਰੱਖਿਆ ਗਿਆ। ਮਹਾਂਪੁਰਖ ਗੁਰੂ ਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਤੁਰੋਂ ਹੀ ਮਹਾਂਪੁਰਖਾਂ ਅਕਾਲ ਪੁਰਖ ਦੀਆਂ ਸਤਿਗੁਰੂ ਜੀ ਦੀਆਂ ਬਖਸ਼ਾਂ ਲੈ ਕਰਕੇ ਆਏ ਸਨ। ਇਸ ਕਰਕੇ ਮਨ ਦੇ ਵਿੱਚ ਸਤਿਗੁਰੂ ਜੀ ਦਾ ਬਹੁਤ ਅਤਿਅੰਤ ਪ੍ਰੇਮ ਸਤਿਕਾਰ ਔਰ ਗੁਰਬਾਣੀ ਦੇ ਨਾਲ ਲਗਨ। ਸਤਿਕਾਰਯੋਗ ਪਿਤਾ ਬਾਬਾ ਝੰਡਾ ਸਿੰਘ ਜੀ ਵੀ ਇਹੋ ਚਾਹੁੰਦੇ ਸਨ ਕਿ ਸਾਡਾ ਸਾਰਾ ਪਰਿਵਾਰ, ਬਾਬਾ ਝੰਡਾ ਸਿੰਘ ਜੀ ਦਾ ਜੋ ਪਰਿਵਾਰ 6 ਪੁੱਤਰ ਤੇ 2 ਲੜਕੀਆਂ ਸਨ, ਸਤਿਕਾਰਯੋਗ ਸੰਤ ਗਿਆਨੀ ਕਰਤਾਰ ਸਿੰਘ ਜੀ 2 ਭਰਾਵਾਂ ਤੋਂ ਛੋਟੇ, ਤੀਜੇ ਨੰਬਰ ਤੇ ਸਨ। ਗੁਰੂ ਕੇ ਪਿਆਰਿਓ ਸੋ ਮਹਾਂਪੁਰਖਾਂ ਦੇ ਪਿਤਾ ਜੀ ਦਾ ਬਹੁਤ ਹੀ
ਮਨ ਦੇ ਵਿੱਚ ਉਹਨਾਂ ਦੇ ਇਹ ਪੱਕਾ ਦ੍ਰਿੜ ਸੰਕਲਪ ਸੀ ਕਿ ਮੇਰਾ ਸਾਰਾ ਪਰਿਵਾਰ ਅੰਮ੍ਰਿਤ ਧਾਰੀ ਤਿਆਰ ਪਰ ਤਿਆਰ ਔਰ ਰਹਿਤ ਦਾ ਧਾਰਨੀ ਹੋਵੇ। ਇਸੇ ਕਰਕੇ ਸੋ ਛੋਟੇ ਹੁੰਦਿਆਂ ਹੀ ਜਿਸ ਵੇਲੇ ਸਕੂਲ ਦੀ ਪੜ੍ਹਾਈ ਕਰਦੇ ਸਨ, ਤੀਖਣ ਬੁੱਧੀ ਹੋਣ ਕਰਕੇ ਸਕੂਲ ਵਿੱਚ ਵੀ ਅਵਲ ਰਹਿੰਦੇ। ਔਰ ਗੁਰੂ ਪਿਆਰਿਓ 9ਵੀਂ ਅਤੇ 10ਵੀਂ ਜੋ ਸੀ, ਇਹ ਦੋਨੋਂ ਕਲਾਸਾਂ ਇੱਕੋ ਸਾਲ ਦੇ ਵਿੱਚ ਭਿੱਖੀਵਿੰਡ ਜੋ ਸਰਕਾਰੀ ਸਕੂਲ ਸੀ ਉੱਥੋਂ ਹਾਈ ਸਕੂਲ ਤੋਂ ਪਾਸ ਮਹਾਂਪੁਰਖਾਂ ਨੇ ਕਰ ਲਈਆਂ। ਔਰ FA ਜੋ ਹੈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤੀ। ਗੁਰੂ ਕੇ ਪਿਆਰਿਓ ਸੋ ਬਾਬਾ ਝੰਡਾ ਸਿੰਘ ਜੀ ਸਾਰੇ ਪਰਿਵਾਰ ਨੂੰ ਗੁਰਮਤਿ ਵਿੱਚ ਪ੍ਰਪੱਕ ਕਰਨਾ ਚਾਹੁੰਦੇ ਸੀ। ਇਸ ਕਰਕੇ ਗਿਆਨੀ ਸੰਤ ਗਿਆਨੀ ਕਰਤਾਰ ਸਿੰਘ ਜੀ ਪਾਸੋਂ ਸੋ ਮਹਾਨ ਸੂਰਬੀਰ ਅਣਖੀਲੇ ਯੋਧੇ ਸ਼ਹੀਦਾਂ ਦਾ ਇਤਿਹਾਸ, ਬਾਬਾ ਦੀਪ ਸਿੰਘ ਜੀ ਸ਼ਹੀਦ, ਭਾਈ ਮਨੀ ਸਿੰਘ ਸਾਹਿਬ ਜੀ ਸ਼ਹੀਦ, ਇਸੇ ਤਰ੍ਹਾਂ ਭਾਈ ਸਹਿਬਾਜ ਸਿੰਘ ਜੀ, ਭਾਈ ਸੁਬੇਗ ਸਿੰਘ ਜੀ, ਭਾਈ ਮਹਾ ਸਿੰਘ ਜੀ ਇਤਿਆਦਿਕ ਸਮੂਹ ਸ਼ਹੀਦਾਂ ਦਾ, ਔਰ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਜੋ ਪੂਰਨ ਗੁਰੂ ਘਰ ਦੇ ਪੂਰਨ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਾਲ ਕਮਾਈ ਕਰਕੇ ਬ੍ਰਹਮ ਗਿਆਨ ਦੀਆਂ ਦਾਤਾਂ ਗੁਰੂ ਤੋਂ ਪ੍ਰਾਪਤ ਕੀਤੀਆਂ। ਬਾਬਾ ਬੁੱਢਾ ਸਾਹਿਬ ਜੀ, ਸੋ ਭਾਈ ਬਿਧੀ ਚੰਦ ਜੀ ਆਦਿਕ ਹੋਰ ਅਨੇਕਾਂ ਗੁਰਸਿੱਖਾਂ ਦਾ ਇਤਿਹਾਸ ਸੁਣਾ, ਜੋ ਬਾਬਾ ਕਰਤਾਰ ਸਿੰਘ ਜੀ ਸੁਣਾਇਆ ਕਰਦੇ। ਸਾਰੇ ਪਰਿਵਾਰ ਦੇ ਮੈਂਬਰ ਰਾਤ ਨੂੰ ਬੈਠ ਕਰਕੇ ਇਹ ਸੁਣਿਆ ਕਰਦੇ, ਜਿਸ ਕਾਰਨ ਗੁਰੂ ਕੇ ਪਿਆਰਿਓ ਮਨ ਦੇ ਵਿੱਚ ਗੁਰਸਿੱਖੀ ਦਾ ਪ੍ਰੇਮ ਔਰ ਜਜ਼ਬਾ ਹੋਰ ਪ੍ਰਪੱਕ ਹੋਇਆ। ਕਿਉਂਕਿ ਖਾਸ ਕਰਕੇ ਜੋ ਬਾਲਕ ਹੁੰਦੇ ਆ, ਬਚਪਨ ਦੇ ਵਿੱਚ ਬੱਚੇ ਨੂੰ ਜਿਹੋ ਜਿਹੀ ਸਿੱਖਿਆ ਦਿੱਤੀ ਜਾਵੇ, ਬੱਚੇ ਦਾ ਹਿਰਦਾ ਕੋਰੇ ਕਾਗਜ਼ ਵਾਂਗ ਹੁੰਦਾ, ਜੋ ਵੀ ਉਹ ਸੁਣਦਾ ਵੇਖਦਾ ਉਹਦੇ ਉੱਪਰ ਉਕਰਿਆ ਜਾਂਦਾ ਹੈ। ਮਹਾਂਪੁਰਖਾਂ ਦੇ ਮਨ ਦੇ ਵਿੱਚ ਗੁਰਸਿੱਖੀ ਦਾ ਬੜਾ ਭਾਰੀ ਪ੍ਰੇਮ, ਗੁਰੂ ਚਰਨਾਂ ਦਾ ਪ੍ਰੇਮ ਪ੍ਰਪੱਕ ਹੋਇਆ। ਔਰ ਛੇਤੀ ਹੀ ਮਹਾਂਪੁਰਖਾਂ ਨੇ 5 ਗੁਰਬਾਣੀਆਂ ਛੋਟੀ ਉਮਰ ਵਿੱਚ ਹੀ ਕੰਠ ਕਰ ਲਈਆਂ। ਗੁਰੂ ਪਿਆਰਿਓ ਜਿਸ ਵੇਲੇ ਮਹਾਂਪੁਰਖ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਪੜ੍ਹਿਆ ਕਰਦੇ, ਸੋ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਕਾਲਜ ਤੋਂ ਦਰਸ਼ਨ ਕਰਨ ਜਾਇਆ ਕਰਦੇ। ਜਾਂਦਿਆਂ ਸਮੇਂ 15 ਪਾਠ ਗੁਰੂ ਕੇ ਪਿਆਰਿਓ 25 ਪਾਠ ਜੋ ਜਾਣ ਆਉਣ ਵੇਲੇ ਕਰਿਆ ਕਰਦੇ ਸੀ। ਅੱਧੇ ਪਾਠ ਜਾਂਦਿਆਂ ਕਰ ਲੈਣੇ, ਅੱਧੇ ਆਉਂਦਿਆਂ ਕਰ ਲੈਣੇ। ਇਸ ਪ੍ਰਕਾਰ ਹਰ ਰੋਜ਼ 25 ਪਾਠਾਂ ਦਾ ਨਿਯਮ ਰੱਖਿਆ ਸੀ ਮਹਾਂਪੁਰਖਾਂ ਨੇ, ਨਿਤਨੇਮ ਤੋਂ ਇਲਾਵਾ ਜਪਜੀ ਸਾਹਿਬ ਦੇ। ਔਰ ਮਨ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੰਪੂਰਨ ਸੋ ਧੰਨ ਸੱਚੇ ਪਾਤਸ਼ਾਹ ਜੀ ਦੀ ਪਾਵਨ ਜੋ ਇਹ ਸੰਥਿਆ ਹੈ, ਬਾਬਾ ਬੱਗਾ ਸਿੰਘ ਜੀ ਤੋਂ ਜੋ ਪਿੰਡ ਦੇ ਗ੍ਰੰਥੀ ਸਿੰਘ ਸਨ, ਛੋਟੀ ਉਮਰ ਵਿੱਚ ਹੀ ਮਹਾਂਪੁਰਖਾਂ ਨੇ ਕਰ ਲਈ ਸੀ। ਔਰ ਇਸੇ ਤਰ੍ਹਾਂ ਗੁਰੂ ਪਿਆਰਿਓ ਸੇਵਾ ਦਾ ਬੜਾ ਭਾਰੀ ਚਾਅ ਰੱਖਦੇ। ਇਸੇ ਤਰ੍ਹਾਂ ਸੇਵਾ ਸਿਮਰਨ ਕਰਦੇ ਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਨਾਲ ਪ੍ਰੇਮ ਰੱਖਣ ਵਾਲੇ ਭਾਈ ਉਜਾਗਰ ਸਿੰਘ ਜੀ ਭਗਤ, ਜੋ ਮਹਾਂਪੁਰਖਾਂ ਦੇ ਵਾਲਿਆਂ ਦੇ
ਭੂਆ ਦੇ ਪੁੱਤਰ ਸਨ। ਉਹ ਇੱਕ ਵਾਰੀ ਪਿੰਡਰਾਂ ਨੂੰ ਜਾਣ ਵੇਲੇ ਜੋ ਜੋੜ ਮੇਲੇ ਤੇ ਭਾਦਰੋਂ ਜੋ 24, 25, 26 ਸੋ 25, 26, 27 ਭਾਦਰੋਂ ਨੂੰ ਜੋ ਇਹ ਸਮਾਗਮ ਹੁੰਦਾ ਪਿੰਡਰੀ ਹਰ ਸਾਲ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਬਾਬਾ ਖਜਾਨ ਸਿੰਘ ਜੀ ਦੀ ਯਾਦ ਵਿੱਚ ਇਹ ਮਨਾਇਆ ਜਾਂਦਾ ਸੀ। ਸੋ ਭਾਈ ਉਜਾਗਰ ਸਿੰਘ ਜੀ ਭਗਤ ਮਹਾਂਪੁਰਖਾਂ ਦੇ ਦਰਸ਼ਨ ਕਰਨ ਗਏ ਤਾਂ ਨਾਲ ਹੀ ਉਸ ਵੇਲੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਦੋਂ ਪਤਾ ਲੱਗਾ ਕਿ ਪੰਜ ਸੱਤ ਸਿੰਘਾਂ ਦੇ ਨਾਲ ਭਾਈ ਉਜਾਗਰ ਸਿੰਘ ਜੀ ਆਏ ਹਨ ਤੇ ਨਾਲ ਗੁਰੂ ਕੇ ਪਿਆਰਿਓ ਪਿੰਡਰ ਕਲਾਂ ਨੂੰ ਜਾਣ ਨੂੰ ਤਿਆਰ ਹੋਏ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ। ਗੁਰੂ ਘਰ ਦੇ ਦਰਸ਼ਨ ਕਰਕੇ ਮਹਾਂਪੁਰਖਾਂ ਦੇ ਪਾਸ ਜਦੋਂ ਆ ਕੇ ਸਾਰੇ ਸਿੰਘਾਂ ਨੇ ਅਦਬ ਸਹਿਤ ਸੀਸ ਝੁਕਾ ਕੇ ਫਤਿਹ ਬੁਲਾਈ ਤਾਂ ਗਿਆਨੀ ਕਰਤਾਰ ਸਿੰਘ ਜੀ ਵੱਡੇ ਮਹਾਂਪੁਰਖਾਂ ਦੇ ਚਰਨਾਂ ਨੂੰ ਹੱਥ ਲਾਉਣ ਲੱਗੇ। ਮਹਾਂਪੁਰਖਾਂ ਨੇ ਸੋ ਮੋਢੇ ਤੋਂ ਪਕੜ ਕਰਕੇ ਕਹਿਣ ਲੱਗੇ, ਸਿੰਘਾ ਭੁਜੰਗੀ ਸਿੰਘਾ, ਕਿਸੇ ਦੇ ਵੀ ਭਾਵੇਂ ਕੋਈ ਜਿੰਨਾ ਮਰਜ਼ੀ ਸਤਿਕਾਰਯੋਗ ਹੋਵੇ, ਕਿਸੇ ਦੇ ਪੈਰੀਂ ਹੱਥ ਨਹੀਂ ਲਾਉਣਾ। ਸਤਿਕਾਰ ਇਹੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਹੁਕਮ ਬਖਸ਼ਿਆ ਹੈ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਫਤਿਹ ਬੁਲਾਉਣੀ ਹੈ ਦੋਨੋਂ ਹੱਥ ਜੋੜ ਕਰਕੇ। ਇਸ ਪ੍ਰਕਾਰ ਮਹਾਂਪੁਰਖ ਆਪਣੇ ਗੋਡੀ ਹੱਥ ਜਾਂ ਚਰਨੀ ਹੱਥ ਨਹੀਂ ਸੀ ਲਵਾਇਆ ਕਰਦੇ। ਸੋ ਉਸ ਵੇਲੇ ਭਾਈ ਉਜਾਗਰ ਸਿੰਘ ਜੀ ਨੂੰ ਪੁੱਛਿਆ ਕਿ ਇਹ ਭੁਜੰਗੀ ਸਿੰਘ ਕੌਣ ਹੈ। ਦੱਸਿਆ ਕਿ ਮੇਰੇ ਸਤਿਕਾਰਯੋਗ ਮਾਮਾ ਝੰਡਾ ਸਿੰਘ ਜੀ ਦੇ ਪੁੱਤਰ ਹਨ। ਗੁਰੂ ਪਿਆਰਿਓ, ਸੋ ਮਹਾਂਪੁਰਖਾਂ ਨੇ ਇਹੋ ਜਿਹੀ ਪ੍ਰੇਮ ਭਰੀ ਤੱਕਣੀ ਨਾਲ ਤੱਕਿਆ ਕਿ ਮਨ ਮੋਹ ਲਿਆ। ਉਦੋਂ ਤੋਂ ਮਹਾਂਪੁਰਖਾਂ ਦੇ ਹੋ ਕੇ ਰਹਿ ਗਏ। ਘਰ ਵਿੱਚ ਗਏ, ਪਿੰਡਰਾਂ 3-4 ਦਿਨ ਸੇਵਾ ਕਰਕੇ ਜਦੋਂ ਘਰ ਨਗਰ ਵਿਖੇ ਗਏ, ਇਸੇ ਤਰ੍ਹਾਂ ਕੁਝ ਸਮਾਂ ਫਿਰ ਸਤਿਕਾਰਯੋਗ ਪਿਤਾ ਜੀ ਦੀ ਆਗਿਆ ਦੇ ਨਾਲ ਸੋ ਪਟਵਾਰ ਦੀ ਨੌਕਰੀ ਕੀਤੀ ਮੁਕਤਸਰ ਸਾਹਿਬ ਵਿਖੇ। ਪਰ ਗੁਰੂ ਪਿਆਰਿਓ, ਨੌਕਰੀ ਵਿੱਚ ਬਹੁਤਾ ਮਨ ਨਾ ਲੱਗਾ। ਮਨ ਵਿੱਚ ਬ੍ਰਹਮ ਵਿਦਿਆ ਹੋਰ ਪੜ੍ਹਨ ਦੀ ਤੜਫ ਸੀ। ਉਸ ਵੇਲੇ ਸੋ ਭਾਈ ਉਜਾਗਰ ਸਿੰਘ ਜੀ ਜਦੋਂ ਸਤ ਮਹਾਂਪੁਰਖ ਇੱਥੇ ਨੌਕਰੀ ਕਰ ਰਹੇ ਸਨ, ਉਹਨਾਂ ਦੇ ਪਾਸ ਆਏ। ਮਹਾਂਪੁਰਖ ਨੌਕਰੀ ਕਰਦਿਆਂ ਵੀ ਗੁਰੂ ਕੇ ਪਿਆਰਿਓ ਬਹੁਤਾ ਸਮਾਂ ਜੋ ਸੀ ਬਾਣੀ ਪੜ੍ਹਨ ਵਿੱਚ, ਆਪਣੇ ਸਿਮਰਨ ਕਰਨ ਵਿੱਚ, ਕੀਰਤਨ ਸੁਣਨ ਵਿੱਚ ਲਾਉਂਦੇ ਔਰ ਥੋੜ੍ਹੇ ਸਮੇਂ ਵਿੱਚ ਹੀ ਜੋ ਇਹ ਜਿੰਨੇ ਵੀ ਕੰਮ ਸਨ ਨੌਕਰੀ ਦੇ, ਡਿਊਟੀ ਦੇ, ਉਹ ਮੁਕਾ ਲੈਂਦੇ, ਪੂਰੇ ਕਰ ਲੈਂਦੇ। ਕਿਸੇ ਪਾਸੋਂ ਰਿਸ਼ਵਤ ਨਾ ਲੈਂਦੇ ਔਰ ਜਿਹੜਾ ਸਗੋਂ ਪਰਉਪਕਾਰ ਦਾ ਕਾਰਜ ਹੁੰਦਾ ਉਹ ਕਰਦੇ। ਭਾਈ ਉਜਾਗਰ ਸਿੰਘ ਜੀ ਆਏ, ਹਜ਼ੂਰ ਸਾਹਿਬ ਨੂੰ ਚੱਲੇ ਸਨ। ਜਦੋਂ ਪਤਾ ਲੱਗਾ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ, ਮਹਾਂਪੁਰਸ਼ ਉਸੇ ਵੇਲੇ ਹੀ ਹਜ਼ੂਰ ਸਾਹਿਬ ਨੂੰ ਜਾਣ ਵਾਸਤੇ ਤਿਆਰ ਹੋ ਗਏ। ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਹਜ਼ੂਰ ਸਾਹਿਬ ਕੁਝ ਸਮਾਂ ਦਰਸ਼ਨ ਕਰਕੇ ਔਰ ਗੁਰੂ ਪ੍ਰੇਮੀਓ ਸੇਵਾ ਸਿਮਰਨ ਕਰਕੇ ਵਾਪਸ ਆਏ। ਪਿਤਾ ਜੀ ਦੀ ਆਗਿਆ, ਪਿਤਾ ਜੀ ਚਾਹੁੰਦੇ ਸਨ ਪੜ੍ਹਾਈ। ਭਾਈ ਉਜਾਗਰ ਸਿੰਘ ਜੀ ਦੇ ਰਾਹੀਂ ਪਿੰਡਰੀ
ਜੋੜ ਮੇਲੇ 'ਤੇ ਹਾਜ਼ਰ ਹੋਏ ਔਰ ਮਹਾਂਪੁਰਖਾਂ ਦੇ ਪਾਸ ਸਦਾ ਪੱਕੇ ਤੌਰ 'ਤੇ ਜਥੇ ਵਿੱਚ ਰਹਿਣ ਦੀ ਆਗਿਆ ਲੈ ਲਈ। ਮਹਾਂਪੁਰਖਾਂ ਨੇ ਗੁਰੂ ਕੇ ਪਿਆਰਿਓ ਜੋ ਆਪਣੇ ਗੜਵਈ ਸਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਇਸ ਭੁਜੰਗੀ ਸਿੰਘ ਕਰਤਾਰ ਸਿੰਘ ਦਾ ਆਸਣ ਜੋ ਹੈ ਆਪਣੇ ਪਾਸ ਲਾ ਲੈਣਾ ਔਰ ਭਾਈ ਨਿਰੰਜਨ ਸਿੰਘ ਵੈਦ ਜੋ ਪੁਰਾਣੇ ਸਿੰਘ ਸਨ ਜਥੇ ਵਿੱਚ ਸਿੰਘਾਂ ਨੂੰ ਪੜ੍ਹਾਇਆ ਕਰਦੇ, ਉਹਨਾਂ ਨੂੰ ਸੋ ਬਚਨ ਕੀਤਾ ਕਿ ਤੁਸੀਂ ਇਸ ਭਾਈ ਕਰਤਾਰ ਸਿੰਘ ਨੂੰ ਸੋ ਪਹਿਲਾਂ ਪਾਠ ਸ਼ੁੱਧ ਕਰਾ ਦੇਣਾ ਔਰ ਨਾਲ ਹੀ ਅਰਥ ਵੀ ਪੜ੍ਹਾ ਦੇਣੇ। ਸੋ ਇਸੇ ਤਰ੍ਹਾਂ ਗੁਰੂ ਪਿਆਰਿਓ ਮਹਾਂਪੁਰਖਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਪਾਵਨ ਗੁਰਬਾਣੀ ਦੀ ਦੁਬਾਰਾ ਸੰਥਿਆ ਕਰ ਲਈ ਔਰ ਇਸੇ ਤਰ੍ਹਾਂ ਪਾਵਨ ਗੁਰਬਾਣੀ ਦੇ ਅਰਥ ਔਰ ਇਤਿਹਾਸ ਦੇ ਜੋ ਛੋਟੇ ਛੋਟੇ ਸੋ ਕਥਾ ਦੇ ਜੋ ਛੋਟੇ ਛੋਟੇ ਗ੍ਰੰਥ ਹਨ ਉਹ ਵੀ ਪੜ੍ਹ ਲਏ। ਬਹੁਤ ਤੀਖਣ ਬੁੱਧੀ ਸੀ ਮਹਾਂਪੁਰਖਾਂ ਦੀ। ਇਸੇ ਤਰ੍ਹਾਂ ਪਿਆਰਿਓ ਲਿਖਾਈ ਦੇ ਵਿੱਚ ਬਹੁਤ ਤੇਜ਼ ਸਨ। ਲਿਖਾਈ ਇੰਨੀ ਤੇਜ਼ ਸੀ ਕਿ ਪਾਸ ਰਹਿਣ ਵਾਲੇ ਗੁਰਮੁਖਾਂ ਤੋਂ ਸਰਵਣ ਕੀਤਾ ਹੈ ਜਾਂ ਸਮਕਾਲੀ ਵਿਦਿਆਰਥੀ ਸਨ ਵੱਡੇ ਮਹਾਂਪੁਰਖਾਂ ਕੋਲ ਪੜ੍ਹਦੇ, ਉਹਨਾਂ ਗੁਰਮੁਖਾਂ ਤੋਂ ਮਹਾਂਪੁਰਖਾਂ ਤੋਂ ਸੁਣਿਆ ਕਿ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਜੋ ਵੱਡੇ ਮਹਾਂਪੁਰਖ ਕਥਾ ਕਰਿਆ ਕਰਦੇ, ਉਹ ਜਿੰਨੀ ਵੀ ਤੇਜ਼ ਕਥਾ ਕਰਦੇ ਉਸੇ ਵੇਲੇ ਹੂ ਬਹੂ ਨਾਲੋਂ ਨਾਲ ਹੀ ਲਿਖੀ ਜਾਂਦੇ ਸਨ। ਇਸੇ ਤਰ੍ਹਾਂ ਜਥੇ ਵਿੱਚ ਰਹਿੰਦਿਆਂ ਕੁਝ ਸਮਾਂ ਹੋਇਆ। ਗੁਰੂ ਪ੍ਰੇਮੀਓ, ਭਾਈ ਕਰਮ ਸਿੰਘ ਜੀ ਜੋ ਵੱਡੇ ਮਹਾਂਪੁਰਖਾਂ ਦੇ ਗੜਵਈ ਸਨ, ਉਹ ਕਿਸੇ ਕਾਰਨ ਮਹਾਂਪੁਰਖਾਂ ਤੋਂ ਸੋ ਨਾਰਾਜ਼ ਹੋ ਕੇ ਚਲੇ ਗਏ। ਮਹਾਂਪੁਰਖਾਂ ਨੇ ਉਸ ਵੇਲੇ ਆਗਿਆ ਕੀਤੀ ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਬਾਣੀ ਸੁਣਾਉਣ ਵਾਸਤੇ, ਨਿਤ ਨਿਯਮ ਸੁਣਾਉਣ ਵਾਸਤੇ ਆਪਣੇ ਹਜ਼ੂਰੀ ਸੇਵਾਦਾਰ ਲਾ ਲਿਆ। ਗੁਰੂ ਪ੍ਰੇਮੀਓ, ਵੱਡੇ ਮਹਾਂਪੁਰਖ ਕਥਾ ਦੇ ਉਪਰੰਤ 5 ਗੁਰਬਾਣੀਆਂ ਦਾ ਨਿਤਨੇਮ, ਜੈਤਸਰੀ ਦੀ ਵਾਰ, ਸੱਤੇ ਬਲਵੰਡੇ ਦੀ ਵਾਰ ਅਤੇ 5 ਪੱਤਰੇ ਰੋਜ਼ਾਨਾ ਸੋ ਧੰਨ ਗੁਰੂ ਗ੍ਰੰਥ ਦੇ ਸੁਣਿਆ ਕਰਦੇ ਸਨ। ਇਸ ਤਰ੍ਹਾਂ ਇਹ ਨਿਤਨੇਮ ਸੁਣਾਉਣ ਦੀ ਸੇਵਾ ਜੋ ਸੀ ਮਹਾਂਪੁਰਖ ਕਰਨ ਲੱਗ ਪਏ ਔਰ ਬੜੀ ਭਾਰੀ ਕਠਿਨ ਸੇਵਾ। ਜੋ ਵੀ ਵੱਡੇ ਮਹਾਂਪੁਰਖਾਂ ਨੇ ਬਚਨ ਕਰਨਾ, 3 ਭੱਬੇ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਕਮਾਏ ਸਨ। ਜੇ ਕਹਿਣਾ ਭਾਈ ਇਸ ਤਰ੍ਹਾਂ ਨਹੀਂ ਕਰਨਾ ਜੀ ਭੁੱਲਾ ਜੀ, ਭਾਈ ਇੱਦਾਂ ਹੋਣਾ ਚਾਹੀਦਾ ਭਾਣਾ ਜੀ, ਸੋ ਆ ਵਧੀਆ ਹੋਇਆ ਭਲਾ ਜੀ, ਦੂਜਾ ਹੋਰ ਕੋਈ ਵਚਨ ਨਾ ਕਰਦੇ। ਜੋ ਵੀ ਮਹਾਂਪੁਰਖ ਆਗਿਆ ਕਰਦੇ ਸੋ ਉਸੇ ਵੇਲੇ ਹੀ ਤਨਦੇਹੀ ਦੇ ਨਾਲ ਉਸ ਵਚਨ ਨੂੰ, ਉਸ ਹੁਕਮ ਨੂੰ ਪੂਰਾ ਕਰਨ ਦਾ ਯਤਨ ਕਰਦੇ। ਕਦੀ ਵੀ ਸੇਵਾ ਵਿੱਚ ਆਲਕ ਨਾ ਆਉਂਦੀ, ਆਲਸ ਨਾ ਆਉਂਦੀ। ਗੁਰੂ ਪ੍ਰੇਮੀਓ, ਇਸ ਪ੍ਰਕਾਰ ਸੇਵਾ ਸਿਮਰਨ ਕਰਦਿਆਂ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਜਥੇ ਸੰਗਤ ਦੀਆਂ ਖੁਸ਼ੀਆਂ, ਸੰਗਤ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਂ ਆਇਆ ਜਿਸ ਵੇਲੇ ਸ਼੍ਰੋਮਣੀ ਕਮੇਟੀ ਦੇ
ਬਲਾਕ ਦੇ ਜੋ ਛਾਪੇ ਸਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਲੱਗੇ। ਮੰਗਲਾਂ ਦੇ ਵਿੱਚ ਫਰਕ ਪਾਉਣ ਦਾ ਜਦੋਂ ਪਤਾ ਲੱਗਾ, ਵੱਡੇ ਮਹਾਂਪੁਰਖਾਂ ਨੇ ਪਿੰਡਰਾਂ, ਗੁਰੂ ਕੇ ਪ੍ਰੇਮੀਓ, ਸੋ 11/9/1959 ਮਹਾਂਪੁਰਖਾਂ ਨੇ ਪਿੰਡਰਾਂ ਵਿਖੇ, ਪਿੰਡਰ ਕਲਾਂ ਵਿਖੇ, ਜੋ ਦਮਦਮੀ ਟਕਸਾਲ ਦਾ ਉਸ ਵੇਲੇ ਹੈੱਡਕੁਆਟਰ ਸੀ, ਸਾਰੇ ਸੰਤ ਸਮਾਜ ਦੀ, ਸੰਤ ਮਹਾਂਪੁਰਖਾਂ ਦੀ ਮੀਟਿੰਗ ਬੁਲਾਈ। ਮੀਟਿੰਗ ਦੇ ਵਿੱਚ 5 ਜੋ ਸੀ ਮੁਖੀ ਜੋ ਮੈਂਬਰ ਚੁਣੇ ਗਏ, ਔਰ ਬਾਕੀ ਜੋ ਸਨ ਹੋਰ ਸਾਰਾ ਪੰਥ, ਨਿਹੰਗ ਸਿੰਘ ਜਥੇਬੰਦੀਆਂ, ਇਸੇ ਤਰ੍ਹਾਂ ਕਾਰ ਸੇਵਾ ਵਾਲੇ ਮਹਾਂਪੁਰਖ, ਉਦਾਸੀ, ਨਿਰਮਲੇ, ਜਿੰਨੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਗੁਰਮੁਖ ਮਹਾਂਪੁਰਖ ਸਨ, ਗੁਰਸਿੱਖ ਸਨ। ਸੋ ਉਹ ਸਾਰੀਆਂ ਸੰਪਰਦਾਵਾਂ, ਡੇਰੇ, ਸਾਰੇ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਗੁਰੂ ਕੇ ਪਿਆਰਿਓ ਇਹ ਪੰਚਾਇਤ ਕਾਇਮ ਕੀਤੀ ਗਈ, ਜਿਹਦੇ ਵਿੱਚ ਬਾਬਾ ਹਰੀ ਸਿੰਘ ਜੀ ਕਹਾਰਪੁਰ ਇਹ ਪ੍ਰਧਾਨ ਬਣਾਏ। ਸੰਤ ਗਿਆਨੀ ਵਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਸੇ ਤਰ੍ਹਾਂ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਰਮਸਰ ਵਾਲੇ, ਸੰਤ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਔਰ ਸੰਤ ਭਗਵਾਨ ਸਿੰਘ ਜੀ ਰੇਰੂ ਸਾਹਿਬ ਵਾਲੇ। ਇਹ 5 ਪੰਚਾਇਤ ਦੇ ਮੁਖੀ ਸਨ। ਬਾਕੀ ਸਾਰੇ ਮਹਾਂਪੁਰਖ, ਸਾਰਾ ਪੰਥ ਇਕਜੁੱਟ ਹੋ ਕਰਕੇ ਮਹਾਂਪੁਰਖਾਂ ਨੇ ਇਹ ਫੈਸਲਾ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਛਾਪੇ ਹਨ, ਹੂਬਹੂ ਉਸੇ ਹੀ ਤਰ੍ਹਾਂ ਰਹਿਣੇ ਚਾਹੀਦੇ ਹਨ। ਕੋਈ ਵੀ ਲਗਾ ਮਾਤਰਾ ਦਾ ਔਰ ਮੰਗਲ ਦਾ, ਅੱਖਰ ਦਾ ਫਰਕ ਨਹੀਂ ਪੈਣਾ ਚਾਹੀਦਾ, ਕਿਉਂਕਿ ਜੋ ਸਤਿਗੁਰੂ ਜੀ ਨੇ ਕੀਤਾ ਹੈ, ਪੂਰੇ ਕਾ ਕੀਆ ਸਭ ਕਿਛ ਪੂਰਾ, ਘਾਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹਿ ਸਮਾਹੀ। ਜੋ ਸਤਿਗੁਰੂ ਜੀ ਨੇ ਕੀਤਾ ਹੈ ਉਹ ਪੂਰਾ ਹੈ, ਜੋ ਸਤਿਗੁਰਾਂ ਨੇ ਰਚਿਆ ਹੈ। ਇਸ ਕਰਕੇ ਗੁਰਮੁਖਾਂ ਦੀ ਇਹ ਬਿਰਤੀ ਹੈ ਕਿ ਜੋ ਸਤਿਗੁਰੂ ਜੀ ਨੇ ਕੀਤਾ, ਜੋ ਧੰਨ ਗਰੀਬ ਨਿਵਾਜ ਜੀ ਨੇ ਬਾਣੀ ਰਚੀ ਹੈ, ਇਹਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ। ਸੋ ਇਸ ਪ੍ਰਕਾਰ ਇਹ ਨਿਰਣਾ ਕੀਤਾ ਗਿਆ ਕਿ ਉਸੇ ਤਰ੍ਹਾਂ ਹੀ ਬਲਾਕ ਜੋ ਹਨ ਰਹਿਣੇ ਚਾਹੀਦੇ ਆ। ਹੁਣ ਬਲਾਕਾਂ ਦੀ ਸੁਧਾਈ ਦਾ ਇਹ ਕਾਰਜ ਸੀ, ਬੜਾ ਕਠਿਨ ਸੀ। ਉਸ ਵੇਲੇ ਮਹਾਂਪੁਰਖਾਂ ਦੀ ਸਾਰੇ ਪੰਥ ਨੇ ਵੇਖਿਆ ਕਿ ਇਹਦੇ ਵਿੱਚ ਇਹ ਬਲਾਕ ਸੋਧਣੇ, ਬਲਾਕ ਬਣਾਉਣੇ, ਇਹ ਵਿਦਵਾਨ ਪੁਰਖਾਂ ਦਾ ਕੰਮ ਹੈ। ਬਹੁਤ ਸਮਾਂ ਵੀ ਲੱਗੇਗਾ, ਮਿਹਨਤ ਵੀ ਲੱਗੇਗੀ, ਔਰ ਧਨ ਦੀ ਵੀ ਅਤਿਅੰਤ ਲੋੜ ਹੈ। ਇਸ ਕਰਕੇ ਸਾਰੇ ਪੰਥ ਨੇ ਮਹਾਂਪੁਰਖਾਂ ਦੀ ਜ਼ਿੰਮੇਵਾਰੀ ਲਾਈ ਕਿ ਆਪ ਜੀ ਕਿਰਪਾ ਕਰੋ, ਇਹ ਜਿਹੜੀ ਆ ਸੇਵਾ ਆਪ ਜੀ ਨਿਭਾਓ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ, ਜੋ ਉਸ ਵੇਲੇ ਸੇਵਾਦਾਰ ਦੇ ਰੂਪ ਵਿੱਚ ਸਨ, ਮਹਾਂਪੁਰਖਾਂ ਦੇ ਹਜ਼ੂਰੀ ਸੇਵਾਦਾਰ, 5 ਸਿੰਘਾਂ ਦੀ ਮਹਾਂਪੁਰਖਾਂ ਨੇ ਸੇਵਾ ਲਾਈ, ਡਿਊਟੀ ਲਾਈ, ਜਿਹਦੇ ਵਿੱਚ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਸੰਤ ਸੋ ਗੁਰੂ ਕੇ ਪਿਆਰਿਓ ਗਿਆਨੀ ਕਰਤਾਰ ਸਿੰਘ ਜੀ ਪ੍ਰੇਮੀ ਜੋ ਲੰਗਿਆਣੇ ਵਾਲੇ, ਇਤਿਆਦਿਕ ਹੋਰ ਗੁਰਮੁਖ ਸਨ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਸ ਵੇਲੇ ਵਿਦਿਆਰਥੀ ਰੂਪ ਵਿੱਚ, ਸੇਵਕ ਰੂਪ ਵਿੱਚ ਇਹਨਾਂ ਸਿੰਘਾਂ ਦੀ ਜਲ ਪਾਣੀ ਪ੍ਰਸ਼ਾਦੇ ਦੀ ਛਕਾਉਣ ਦੀ ਸੇਵਾ ਕਰਦੇ ਸਨ।
ਔਰ ਇਹ ਬੜੀ ਭਾਰੀ ਭਾਵੇਂ ਕਠਿਨਾਈਆਂ ਵੀ ਕਈ ਆਈਆਂ, ਉਹਨਾਂ ਨੇ ਯਤਨ ਕੀਤਾ ਵਿਰੋਧੀਆਂ ਨੇ ਕਿ ਇਹ ਬਲਾਕ ਨਾ ਛਪਣ। ਸੋ ਸਾਰੀਆਂ ਕਠਿਨਾਈਆਂ ਨੂੰ ਚੱਲਦਿਆਂ ਹੋਇਆਂ ਵੀ ਸਤਿਗੁਰੂ ਜੀ ਦੀ ਕਿਰਪਾ ਨਾਲ ਔਰ ਵੱਡੇ ਮਹਾਂਪੁਰਖਾਂ ਦੀ ਆਸ਼ੀਰਵਾਦ ਦੇ ਨਾਲ ਗੁਰੂ ਕੇ ਪਿਆਰਿਓ ਇਹ ਜੋ ਸੇਵਾ ਸੀ ਬੜੀ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਕੀਤੀ। ਜਦੋਂ ਇਹ ਸੇਵਾ ਨੂੰ ਸੰਪੂਰਨ ਕਰਕੇ ਮਹਾਂਪੁਰਖਾਂ ਦੇ ਪਾਸ ਆਏ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੇ ਖੁਸ਼ ਹੋ ਕਰਕੇ ਪਰ ਸਿਰੋਂ ਪਾਓ ਬਖਸ਼ਿਸ਼ ਕੀਤਾ। ਬੜੀਆਂ ਬਖਸ਼ਿਸ਼ਾਂ ਦੇ ਜੋ ਬਚਨ ਕੀਤੇ। ਇਸ ਤਰ੍ਹਾਂ ਫਿਰ ਜਥੇ ਦੇ ਵਿੱਚ ਮਹਾਂਪੁਰਖ ਰਹਿਣ ਲੱਗ ਪਏ। ਗੁਰੂ ਪ੍ਰੇਮੀਓ, ਸੋ ਜਿਸ ਵੇਲੇ 300 ਸਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਅਵਤਾਰ ਪੁਰਬ ਮਨਾਇਆ ਗਿਆ, ਵੱਡੇ ਮਹਾਂਪੁਰਖਾਂ ਨੇ ਪ੍ਰਸੰਨ ਹੋ ਕਰਕੇ ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਉਸ ਵੇਲੇ ਟਕਸਾਲ ਦੀ ਜੋ ਸੇਵਾ ਹੈ, ਜ਼ਿੰਮੇਵਾਰੀ ਹੈ, ਇਹ ਜੋ ਹੈ ਐਲਾਨ ਕਰ ਦਿੱਤਾ, ਸਿਰੋਂ ਪਾਓ ਬਖਸ਼ਿਸ਼ ਕਰ ਦਿੱਤਾ। ਸਾਰੀ ਸੰਗਤ ਦੇ ਵਿੱਚ ਜਦੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਸੰਪੂਰਨ ਹੋਏ, ਜਿਨ੍ਹਾਂ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਸਨ, ਸਾਰਿਆਂ ਨੂੰ ਸੇਵਾਵਾਂ ਦੇ ਸਿਰੋਂ ਪਾਓ ਬਖਸ਼ਿਸ਼ ਕੀਤੇ। ਗੁਰੂ ਪ੍ਰੇਮੀਓ, ਉਸ ਵੇਲੇ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਜੋ ਸਾਨੂੰ ਸਿਰੋਂ ਪਾਓ ਮਿਲਿਆ ਹੈ, ਇਹ ਸਿਰੋਂ ਪਾਓ ਅਸੀਂ ਭਾਈ ਕਰਤਾਰ ਸਿੰਘ ਜੀ ਨੂੰ, ਭਾਵੇਂ ਇਸ ਜਥੇ ਵਿੱਚ ਸਭ ਤੋਂ ਛੋਟੇ ਵਿਦਿਆਰਥੀ ਹਨ, ਸੋ ਭਾਵੇਂ ਜਥੇ ਦੇ ਵਿੱਚ ਸਭ ਤੋਂ ਛੋਟੇ ਵਿਦਿਆਰਥੀ ਹਨ, ਸਾਰੇ ਤੁਸੀਂ ਵੱਡੇ ਹੋ ਔਰ ਕਈ ਸਰੀਰ ਵੱਡੇ ਮਹਾਂਪੁਰਖਾਂ ਦੇ ਨਾਲ ਵੀ ਰਹੇ ਹਨ। ਗੁਰੂ ਪ੍ਰੇਮੀਓ, ਸਾਰਿਆਂ ਨੇ ਇਹ ਭਾਈ ਕਰਤਾਰ ਸਿੰਘ ਜੀ ਦੇ ਉੱਪਰ ਆਪਣਾ ਛੋਟਾ ਭਾਈ ਜਾਣ ਕੇ ਸੋ ਇਹ ਨਾਲ ਪ੍ਰੇਮ ਕਰਨਾ, ਆਪਣੀ ਕਿਰਪਾ ਬਣਾਈ ਰੱਖਣੀ, ਇਸ ਪ੍ਰਕਾਰ ਕਹਿ ਕੇ ਧੰਨ ਮਹਾਂਪੁਰਖਾਂ ਨੇ ਜੋ ਮਹਾਂਪੁਰਖਾਂ ਨੂੰ ਸਿਰੋਂ ਪਾਓ ਮਿਲਿਆ ਸੀ, ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਸਿਰੋਂ ਪਾਓ ਬਖਸ਼ਿਸ਼ ਕੀਤਾ। ਔਰ ਅੱਗੇ ਤੋਂ ਟਕਸਾਲ ਦੀ ਜੋ ਜ਼ਿੰਮੇਵਾਰੀ ਹੈ, ਵਿਦਿਆ ਪੜ੍ਹਾਉਣ ਦੀ, ਜਥਾ ਚਲਾਉਣ ਦੀ, ਗੁਰਮਤਿ ਦਾ ਪ੍ਰਚਾਰ ਕਰਨ ਦੀ, ਇਹ ਸੰਤ ਗਿਆਨੀ ਕਰਤਾਰ ਸਿੰਘ ਜੀ ਦੇ ਜ਼ਿੰਮੇ ਲਾਈ। ਔਰ ਬੜੇ ਹੀ ਪ੍ਰੇਮ ਭਰੇ ਬਖਸ਼ਿਸ਼ ਜੋ ਟੇਪਾਂ ਦੇ ਵਿੱਚ ਅੱਜ ਵੀ ਰਿਕਾਰਡ ਸੁਣੇ ਜਾ ਸਕਦੇ ਹਨ, ਸੰਗਤ ਵਿੱਚ ਕੀਤੇ ਕਿ ਧੰਨ ਗੁਰੂ ਕਲਗੀਧਰ ਗਰੀਬ ਨਵਾਜ ਜੀ ਦੇ ਇਹ 300 ਸਾਲਾ ਪ੍ਰਕਾਸ਼ ਅਵਤਾਰ ਦਿਹਾੜੇ ਦੀ ਵਰ੍ਹੇਗੰਢ ਦੇ ਮੌਕੇ 'ਤੇ ਦਾਸ ਦੇ ਮਨ ਵਿੱਚ ਚਾਅ ਆਇਆ ਕਿ ਇਹਨੂੰ ਭਾਈ ਕਰਤਾਰ ਸਿੰਘ ਜੀ ਨੂੰ ਸਤਿਗੁਰਾਂ ਦੇ ਚਰਨੀ ਲਾਈਏ, ਸੋ ਸੇਵਾ ਵਿੱਚ ਲਾਈਏ। ਇਸ ਕਰਕੇ ਇਹ ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਗੁਰੂ ਕੇ ਪਿਆਰਿਓ, ਇਹ ਸੇਵਾ ਸਤਿਗੁਰੂ ਜੀ ਨੇ ਕਿਰਪਾ ਕਰਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ, ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜੋ ਸੰਪੂਰਨ ਬਾਣੀ ਦੇ ਅਰਥ ਪੜ੍ਹਾ ਕੇ, ਔਰ ਬਾਬਾ ਦੀਪ ਸਿੰਘ ਜੀ ਨੂੰ, ਭਾਈ ਮਨੀ ਸਿੰਘ ਜੀ ਨੂੰ ਜੋ ਇਹ ਸੇਵਾ ਲਾਈ ਸੀ,
ਉਹ ਸੇਵਾ ਬਾਬਾ ਦੀਪ ਸਿੰਘ ਸਾਹਿਬ ਜੀ ਦੀ, ਜੋ ਦਮਦਮੀ ਟਕਸਾਲ ਦੀ ਸੇਵਾ ਸੀਨੇ ਬਸੀਨੇ ਮਹਾਂਪੁਰਖਾਂ ਦੇ ਤੋਂ ਚੱਲਦਿਆਂ ਹੋਇਆਂ ਬਾਬਾ ਦੀਪ ਸਿੰਘ ਸਾਹਿਬ ਜੀ ਤੋਂ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਤੋਂ ਬਾਬਾ ਸੂਰਤ ਸਿੰਘ ਜੀ, ਸੰਤ ਗਿਆਨੀ ਗੁਰਦਾਸ ਸਿੰਘ ਜੀ, ਸੰਤ ਗਿਆਨੀ ਸੰਤ ਸਿੰਘ ਜੀ, ਸੰਤ ਗਿਆਨੀ ਦਇਆ ਸਿੰਘ ਜੀ, ਸੰਤ ਗਿਆਨੀ ਭਗਵਾਨ ਸਿੰਘ ਜੀ, ਗੁਰੂ ਕੇ ਪਿਆਰਿਓ ਸੰਤ ਗਿਆਨੀ ਹਰਨਾਮ ਸਿੰਘ ਜੀ ਬੇਦੀ, ਸੰਤ ਗਿਆਨੀ ਬਿਸ਼ਨ ਸਿੰਘ ਜੀ ਮਰਾਲੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਜਿਨ੍ਹਾਂ ਦੇ ਨਾਮ ਤੋਂ ਜਥੇ ਦਾ ਨਾਮ, ਕਿਉਂਕਿ ਮਹਾਂਪੁਰਖਾਂ ਦਾ ਪਿੰਡਰਾਂ ਨਗਰ ਸੀ ਔਰ ਪਿੰਡਰ ਕਲਾਂ ਵਿਖੇ ਜੋ ਟਕਸਾਲ ਦਾ ਅਸਥਾਨ ਹੈ, ਉਹ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਤਿਕਾਰਯੋਗ ਪਿਤਾ ਜੀ ਦੀ ਉਹ ਜ਼ਮੀਨ ਸੀ। ਉਸ ਅਸਥਾਨ ਨੂੰ ਬਣਾਉਣ ਵਾਸਤੇ ਉਹਨਾਂ ਨੇ ਉਹ ਇਹ ਦੇ ਦਿੱਤੀ। ਇਸ ਪ੍ਰਕਾਰ ਇਹ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਤੋਂ ਇਹ ਜਥੇ ਦਾ ਨਾਮ ਪਿੰਡਰਾਂ ਵਾਲੇ ਪਿਆ ਹੈ। ਟਕਸਾਲ ਦਮਦਮੀ ਹੈ, ਜਥਾ ਪਿੰਡਰਾਂ ਹੈ। ਔਰ ਸੰਤ ਗਿਆਨੀ ਸੁੰਦਰ ਸਿੰਘ ਜੀ ਤੋਂ ਪਿੱਛੋਂ ਜੋ ਮਹਾਂਪੁਰਖਾਂ ਨੇ ਬਚਨ ਕੀਤੇ, ਸਾਨੂੰ ਇਹ ਸੇਵਾ ਮਿਲੀ ਹੈ। ਅਸੀਂ ਇਹ ਭਾਈ ਕਰਤਾਰ ਸਿੰਘ ਜੀ ਨੂੰ ਸਤਿਗੁਰੂ ਗਰੀਬ ਨਿਵਾਜ ਜੀ ਦੀ ਇਹ ਭਾਰੀ ਕਠਨ ਜੋ ਸੇਵਾ ਇਹਦੇ ਵਿੱਚ ਲਾਉਂਦੇ ਹਾਂ, ਔਰ ਨਾਲ ਇਹ ਵੀ ਬਚਨ ਕੀਤਾ ਕਿ ਇਹ ਸਿੰਘ ਦੇ ਪ੍ਰਥਾਏ ਬੇਨਤੀ ਹੈ ਕਿ ਕਦੀ ਵੀ ਪਰਿਵਾਰ ਦਾ ਮੋਹ ਨਹੀਂ ਕਰਨਾ। ਜੋ ਵੀ ਮਾਇਆ ਆਵੇ ਸੰਗਤਾਂ ਵੱਲੋਂ ਭੇਟਾ ਜਾਂ ਸੇਵਾ ਵਾਸਤੇ ਦਿੱਤੀ ਜਾਵੇ, ਉਹ ਜਥੇ ਵਿੱਚ ਸੇਵਾ ਵਿੱਚ ਸੰਗਤਾਂ ਵਿੱਚ ਹੀ ਖਰਚੀ ਜਾਵੇ। ਗੁਰੂ ਕੇ ਪਿਆਰਿਓ, ਸਤਿਗੁਰੂ ਕਲਗੀਧਰ ਜੀ ਦੇ ਚਰਨਾਂ ਦੇ ਵਿੱਚ ਲਾ ਕਰਕੇ ਮਹਾਂਪੁਰਖਾਂ ਨੇ ਜੋ 5 ਪਰਿਕਰਮਾ ਧੰਨ ਤਖਤ ਸ੍ਰੀ ਪਟਨਾ ਜੀ ਹਰਿਮੰਦਰ ਸਾਹਿਬ ਜੀ ਦੀਆਂ 5 ਅੰਦਰਲੀਆਂ ਪਰਿਕਰਮਾ ਮਹਾਂਪੁਰਖਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਬਾਂਹ ਪਕੜ ਕੇ ਨਾਲ ਕਰਾਈਆਂ। ਪਹਿਲਾਂ ਹਰ ਰੋਜ਼ ਸੰਤ ਗਿਆਨੀ ਕਰਤਾਰ ਸਿੰਘ ਜੀ ਸਹਾਰਾ ਦੇ ਕੇ ਮਹਾਂਪੁਰਖਾਂ ਨੂੰ ਦੀ ਬਾਂਹ ਪਕੜ ਕੇ ਕਰਾਇਆ ਕਰਦੇ ਸੀ। ਪਰ ਅੱਜ ਵੱਡੇ ਮਹਾਂਪੁਰਖਾਂ ਨੇ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਬਾਂਹ ਪਕੜ ਕਰਕੇ 5 ਪਰਿਕਰਮਾ ਤਖਤ ਸਾਹਿਬ ਦੀਆਂ ਅੰਦਰ ਕੀਤੀਆਂ ਤੇ 8 ਬਾਹਰੋਂ 13 ਪਰਿਕਰਮਾ ਕਰਕੇ ਮੱਥਾ ਟੇਕ ਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕੀਤੀ। ਧੰਨ ਗੁਰੂ ਕਲਗੀਧਰ ਗਰੀਬ ਨਿਵਾਜ ਜੀ ਆਪ ਜੀ ਕਿਰਪਾ ਕਰਕੇ ਸੋ ਆਪਣੇ ਚਰਨੀ ਲੱਗੇ ਦੀ ਸ਼ਰਣੀ ਲੱਗੇ ਦੀ ਲਾਜ ਰੱਖਣੀ। ਗੁਰੂ ਪ੍ਰੇਮੀਓ, ਮਹਾਂਪੁਰਖਾਂ ਦੀ ਕੀਤੀ ਅਰਦਾਸ ਸਾਰੀ ਸੰਗਤ ਦੇ ਵਿੱਚ ਜੋ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਸੇਵਾਵਾਂ ਕੀਤੀਆਂ, ਸਾਰੇ ਖਾਲਸਾ ਪੰਥ ਗੁਰੂ ਪਿਆਰਿਓ ਉਤੋਂ ਭਲੀ ਭਾਂਤ ਜਾਣੂ ਹੈ। ਔਰ ਇਹਨਾਂ ਮਹਾਂਪੁਰਖਾਂ ਨੇ ਪ੍ਰਚਾਰ ਦਾ ਹੜ੍ਹ ਲਿਆਂਦਾ ਕਿ ਸਾਰੇ ਪਾਸੇ ਹੀ ਸਾਰੇ ਪੰਜਾਬ ਦੇ ਵਿੱਚ ਨੀਲੇ ਤੇ ਕੇਸਰੀ ਦਸਤਾਰਿਆਂ ਵਾਲੇ ਸਿੰਘ ਦਿਸਣ ਲੱਗ ਪਏ। ਜੋ ਪਖੰਡ ਦਾ ਕੂੜ ਦਾ ਬੜਾ ਭਾਰੀ ਪ੍ਰਚਾਰ ਹੋ ਰਿਹਾ ਸੀ, ਬੋਲਬਾਲਾ ਸੀ, ਸਾਰਿਆਂ ਨੂੰ ਠੱਲ ਪਾਤੀ। ਔਰ ਮਹਾਂਪੁਰਖਾਂ ਦੇ ਬਚਨ ਇੰਨੇ ਪ੍ਰੇਮ ਨਾਲ ਸਤਿਕਾਰ ਨਾਲ ਜੀਵਨ ਭਰ ਮੰਨੇ ਕਿ ਪਰਿਵਾਰ ਦਾ ਮੋਹ ਨਾ ਕਰੀ। ਇੱਕ ਵਾਰ ਮਹਾਂਪੁਰਖਾਂ ਦਾ ਪਰਿਵਾਰ ਵਿੱਚੋਂ ਭਤੀਜਾ ਗੁਰੂ ਕੇ ਪਿਆਰਿਓ ਜਥੇ ਦੇ ਵਿੱਚ ਦੀਵਾਨ ਦੇ ਵਿੱਚ ਉਸ ਨੇ ਇੱਕ ਕਵਿਤਾ ਸੁਣਾਈ। ਮਹਾਂਪੁਰਖਾਂ ਨੇ ਨੂੰ ਬਹੁਤ ਪਿਆਰੀ ਲੱਗੀ। ਔਰ
ਕਵਿਤਾ ਤੋਂ ਪਿੱਛੋਂ ਜਦੋਂ ਮਹਾਂਪੁਰਖਾਂ ਨੇ ਸੰਗਤ ਨੂੰ ਦੱਸਿਆ ਕਿ ਭਾਈ ਇਹ ਸਿੰਘ ਨੇ ਭੁਜੰਗੀ ਨੇ ਕਵਿਤਾ ਬਹੁਤ ਪਿਆਰੀ ਸੁਣਾਈ, ਸਾਨੂੰ ਬਹੁਤ ਚੰਗੀ ਲੱਗੀ ਆ। ਮਨ ਚਾਹੁੰਦਾ ਸੀ ਕਿ ਇਸ ਨੂੰ 5 ਰੁਪਈਏ ਦਿੱਤੇ ਜਾਣ, ਪਰ ਮਹਾਂਪੁਰਖਾਂ ਦਾ ਵਚਨ ਸੀ ਕਿ ਪਰਿਵਾਰ ਦੇ ਵਿੱਚ ਇਹ ਮਾਇਆ ਨਹੀਂ ਖਰਚਣੀ। ਇਸ ਕਰਕੇ ਇਹ ਵੀ ਨਹੀਂ ਗੁਰੂ ਕੇ ਪਿਆਰਿਓ, ਇਹਦਾ ਸਤਿਕਾਰ ਉੱਦਾਂ ਹੀ ਕੀਤਾ ਹੈ, ਇਹਨੂੰ ਸ਼ਾਬਾਸ਼ ਦੇਤੀ ਹੈ ਕਿ ਵਧੀਆ ਤੂੰ ਸੁਣਾਈ ਹੈ, ਪਰ ਮਾਇਆ ਨਹੀਂ ਦੇਣੀ। ਇਸੇ ਤਰ੍ਹਾਂ ਜਿਸ ਵੇਲੇ ਇਹ ਰਾਧਾ ਸਵਾਮੀ ਨਰਕਧਾਰੀ ਜੋ ਸਨ, ਇਹ ਬੜਾ ਭਾਰੀ ਕੂੜ ਦਾ ਪਖੰਡ ਦਾ ਪ੍ਰਚਾਰ ਕਰ ਰਹੇ ਸੀ। ਸੋ ਧੰਨ ਮਹਾਂਪੁਰਖਾਂ ਨੇ ਜਿਸ ਸਮੇਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 300 ਸਾਲਾ ਮਨਾਉਂਦਿਆਂ ਹੋਇਆਂ ਸੋ 37 ਨਗਰ ਕੀਰਤਨ, ਜੋ ਉਸ ਵੇਲੇ ਜਲੂਸ ਸ਼ਬਦ ਵਰਤਿਆ ਜਾਂਦਾ ਸੀ। ਜਲੂਸ ਦਾ ਅਰਥ ਹੁੰਦਾ ਜਲਾਓ, ਬੜਾ ਭਾਰੀ। ਜਦੋਂ ਬਾਦਸ਼ਾਹ ਸੋ ਆਪਣੀ ਪੂਰੀ ਸੈਨਾ ਔਰ ਵਧੀਆ ਜੋ ਵੀ ਉਹਦੇ ਕੋਲ ਸੋ ਵਿਖਾਵੇ ਵਾਲਾ ਹੁੰਦਾ ਨਾ, ਸਾਜੋ ਸਮੱਗਰੀ ਲੈ ਕਰਕੇ ਜਦੋਂ ਪ੍ਰਗਟਾਵਾ ਕਰਦਾ, ਲੋਕਾਂ ਦੇ ਵਿੱਚ ਪ੍ਰਦਰਸ਼ਨ ਕਰਦਾ, ਉਹਨੂੰ ਜਲਾਓ ਕਿਹਾ ਜਾਂਦਾ। ਭਾਵ ਇੱਕ ਸਤਿਕਾਰਤ ਇਹ ਸ਼ਬਦ ਸੀ। ਜਲੂਸ 37 ਨਗਰ ਕੀਰਤਨ ਜੋ ਸੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ 5 ਪਿਆਰਾਂ ਦੀ ਅਗਵਾਈ ਦੇ ਨਾਲ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗ ਬਹਾਦਰ ਹਿੰਦ ਦੀ ਚਾਦਰ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕਲੂ ਮਹਿ ਸਾਕਾ। ਜਿਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਨ। ਧਰਮ ਰੱਖਿਅਕ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੀ ਕਲਮ ਦੇ ਨਾਲ ਇਹ ਬਚਨ ਲਿਖੇ ਹੈ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਕਰਨੀ ਕੀਤੀ ਹੈ, ਸ਼ਰਨ ਆਇਆਂ ਦੀ ਲਾਜ ਰੱਖੀ। ਆਪਣੇ ਧਰਮ ਵਾਸਤੇ ਤਾਂ ਹਰ ਕੋਈ ਜਾਨ ਦੇਣ ਨੂੰ ਤਿਆਰ ਹੋ ਜਾਂਦਾ ਹੈ, ਧਰਮੀ ਪੁਰਖ ਜਿਹੜੇ ਆ, ਪਰ ਦੂਜਿਆਂ ਦੇ ਧਰਮ ਵਾਸਤੇ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸੀਸ ਵਾਰਿਆ, ਇਹ ਕਿਰਿਆ ਹੋਰ ਕਿਸੇ ਨੇ ਨਹੀਂ ਕੀਤੀ। ਇਹ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਣਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 300 ਸਾਲਾ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ 37 ਵੱਡੇ ਨਗਰ ਕੀਰਤਨ ਮਹਾਂਪੁਰਖਾਂ ਨੇ ਜੋ ਕੱਢੇ ਹਨ। ਸੋ ਬੇਅੰਤ ਸੰਗਤਾਂ ਜਿਸ ਦੇ ਵਿੱਚ ਹਾਜ਼ਰੀਆਂ ਭਰ ਕੇ ਔਰ ਸੇਵਾਵਾਂ ਕਰਕੇ, ਫਲਾਂ ਦੀ, ਪ੍ਰਸ਼ਾਦੇ ਲੰਗਰ ਆਦਿਕ ਦੀ, ਜਲ ਪਾਣੀ ਛਕਾਉਣ ਦੀ, ਹੋਰ ਪ੍ਰਬੰਧ ਜੋ ਹੈ ਕਰਨ ਦੀ, ਸੰਗਤਾਂ ਨੂੰ ਸੰਭਾਲਣ ਦੀ ਸੇਵਾ ਕਰਕੇ ਅਨੇਕਾਂ ਹੀ ਸੰਗਤਾਂ ਨੇ ਆਪਣੇ ਜਨਮ ਸਫਲੇ ਕੀਤੇ। ਗੁਰੂ ਪ੍ਰੇਮੀਓ, ਗੁਰਦਾਸਪੁਰ ਜ਼ਿਲ੍ਹੇ ਤੋਂ ਸੋ ਸਿੰਘਾਂ ਨੇ ਜੋ ਉਸ ਸਮੇਂ ਸੰਤ ਸਿਪਾਹੀ ਨਾਂ ਦੀ ਇੱਕ ਸੰਸਥਾ ਬਣਾਈ ਸੀ, ਉਹਨਾਂ ਵਿੱਚੋਂ ਸਿੰਘ ਆਏ ਜੋ ਨਰਕਧਾਰੀ ਡੀਸੀ ਸੀ। ਡੀਸੀ ਦੇ ਸਤਾਏ ਹੋਏ ਸਿੰਘਾਂ ਨੇ ਮਹਾਂਪੁਰਖਾਂ ਦੇ ਕੋਲ ਆ ਕੇ ਇਹ ਫਰਿਆਦ ਕੀਤੀ। ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਨੇ ਸਿੰਘਾਂ ਨੂੰ ਹੌਸਲਾ ਦਿੱਤਾ ਔਰ ਇਹ ਵਚਨ ਕੀਤਾ ਉੱਥੇ ਨਗਰ ਕੀਰਤਨ ਰੱਖਣ ਵਾਸਤੇ। ਸੋ ਨਗਰ ਕੀਰਤਨ ਦੀਆਂ ਤਿਆਰੀਆਂ ਪੁਰਜ਼ੋਰਾਂ 'ਤੇ ਹੋਈਆਂ।
ਜਿਵੇਂ ਕੱਲ੍ਹ ਨੂੰ ਨਗਰ ਕੀਰਤਨ ਕੱਢਣਾ ਅਤੇ ਅੱਜ ਭਾਵ ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਮਹਾਂਪੁਰਖਾਂ ਦੇ ਪਾਸ DC ਵੱਲੋਂ ਸਰਕਾਰ ਵੱਲੋਂ ਮੁਲਾਜ਼ਮ ਆਏ, ਕਹਿਣ ਲੱਗੇ ਕਿ ਕੱਲ੍ਹ ਨੂੰ ਕੇਂਦਰ ਸਰਕਾਰ ਤੋਂ ਕੋਈ ਮੰਤਰੀ ਆ ਰਹੇ ਹੈ, ਕੋਈ ਅਧਿਕਾਰੀ ਆ ਰਹੇ ਹਨ, ਇਸ ਕਰਕੇ ਤੁਸੀਂ ਨਗਰ ਕੀਰਤਨ ਜੋ ਹੈ ਤੜਕੇ ਹੀ ਸਵੇਰੇ ਸਵਖਤੇ ਹੀ ਲੈ ਜਾਣਾ, ਤਾਂ ਜੋ ਬਾਅਦ ਖਾਲੀ ਹੋਵੇ। ਉਹ ਮੰਤਰੀਆਂ ਦੇ ਜਾਂ ਉਹ ਜੋ ਆਦਮੀ ਅਧਿਕਾਰੀ ਆ ਰਹੇ ਉਹਨਾਂ ਦੇ ਆਉਣ ਤੋਂ ਪਹਿਲਾਂ। ਗੁਰੂ ਪ੍ਰੇਮੀਓ, ਮਹਾਂਪੁਰਖਾਂ ਨੇ ਅੱਗੋਂ ਮੋੜਵਾਂ ਜਵਾਬ ਭੇਜਿਆ, ਇਹ ਕਹਿ ਕੇ ਭੇਜਿਆ ਕਿ ਉਹਨਾਂ ਨੂੰ ਦੱਸ ਦਿਓ, DC ਨੂੰ, ਸਰਕਾਰੀ ਬੰਦਿਆਂ ਨੂੰ ਦੱਸ ਦੇਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਨਗਰ ਕੀਰਤਨ ਦੇ ਸ਼ਕਲ ਵਿੱਚ ਸਾਰੀ ਸੰਗਤ ਆਵੇਗੀ। ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਤਿਗੁਰਾਂ ਦੇ ਪਿੱਛੇ ਸਾਰੀ ਸੰਗਤ ਆਵੇਗੀ, ਔਰ ਜਿਹੜੇ ਉਹ ਅਧਿਕਾਰੀ ਜਾਂ ਮੰਤਰੀ ਆ ਰਹੇ ਹਨ ਉਹਨਾਂ ਨੂੰ ਕਹਿਣਾ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਵਾਰਾ ਉਹਨਾਂ ਦੇ ਪਾਸ ਆਵੇ ਤੇ ਸੜਕ ਤੋਂ ਪਾਸੇ ਹੋ ਕਰਕੇ ਖਲੋ ਜਾਣ, ਦੋਨੋਂ ਹੱਥ ਜੋੜ ਕਰਕੇ ਅਦਬ ਦੇ ਨਾਲ ਪੈਰਾਂ ਤੋਂ ਜੋੜਾ ਲਾ ਕੇ ਸਿਰ ਢੱਕ ਕੇ ਸਤਿਗੁਰੂ ਜੀ ਨੂੰ ਸੀਸ ਨਵਾਉਣ। ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੋ ਨਗਰ ਕੀਰਤਨ ਕੱਢਣੇ ਹਨ ਉਸ ਸਮੇਂ ਵਿੱਚ ਕੋਈ ਫਰਕ ਨਹੀਂ ਪਾਇਆ ਜਾਵੇਗਾ। ਇਸੇ ਹੀ ਪ੍ਰਕਾਰ ਗੁਰੂ ਪਿਆਰਿਓ, ਚੜ੍ਹਦੀ ਕਲਾ ਦੇ ਨਾਲ, ਨਿਰਭੈਤਾ ਦੇ ਨਾਲ ਮਹਾਂਪੁਰਖ ਵਿਚਰਦੇ ਰਹੇ, ਬੜਾ ਭਾਰੀ ਸਿੱਖੀ ਦਾ ਪ੍ਰਚਾਰ ਕੀਤਾ। ਨਸ਼ਿਆਂ ਦਾ ਜੋ ਹੜ੍ਹ ਵਗ ਰਿਹਾ ਸੀ, ਜਿਵੇਂ ਅੱਜ ਵਗ ਰਿਹਾ ਪੰਜ ਦਰਿਆਵਾਂ ਦੀ ਇਹ ਪਵਿੱਤਰ ਧਰਤੀ ਜੋ ਪੰਜਾਬ ਦੀ ਧਰਤੀ ਦੇ ਉੱਪਰ ਇਹ ਨਸ਼ੇ ਦਾ 6ਵਾਂ ਦਰਿਆ ਚੱਲ ਰਿਹਾ ਹੈ। ਗੁਰੂ ਪ੍ਰੇਮੀਓ, ਸੋ ਵੇਖਿਆ ਇਹਨਾਂ ਲੋਕਾਂ ਨੇ ਕਿ ਕਿਸੇ ਪ੍ਰਕਾਰ ਵੀ ਵਿਰੋਧੀਆਂ ਨੇ ਕਿ ਇਹ ਸਿੱਖ ਕੌਮ ਕਿਸੇ ਪ੍ਰਕਾਰ ਵੀ ਜਿੱਤੀ ਨਹੀਂ ਜਾਂਦੀ, ਭਾਵੇਂ ਗਿਣਤੀ ਵਿੱਚ ਥੋੜ੍ਹੇ ਆ, ਪਰ ਜੰਗ ਭੂਮੀ ਵਿੱਚ ਲੜ ਕਰਕੇ ਅਸੀਂ ਇਹਨਾਂ ਨੂੰ ਜਿੱਤ ਨਹੀਂ ਸਕਦੇ। ਜਿਵੇਂ ਸ਼ੇਰ ਭਾਵੇਂ ਥੋੜ੍ਹੇ ਹੀ ਹੋਣ, ਕੁੱਤਿਆਂ ਦੀ ਭਾਵੇਂ ਗਿਣਤੀ ਬਥੇਰੀ ਹੋਵੇ, ਪਰ ਸ਼ੇਰਾਂ ਨੂੰ ਕੁੱਤੇ ਹਰਾ ਨਹੀਂ ਸਕਦੇ। ਇਸ ਤਰ੍ਹਾਂ ਵਿਰੋਧੀਆਂ ਨੇ ਜਾਣਿਆ ਕਿ ਸ਼ੇਰਾਂ ਦੀ ਕੌਮ ਨੂੰ ਅਸੀਂ ਕਿਸੇ ਪ੍ਰਕਾਰ ਵੀ ਜਿੱਤ ਨਹੀਂ ਸਕਦੇ, ਇਹਨਾਂ ਨੂੰ ਹਰਾ ਨਹੀਂ ਸਕਦੇ। ਇਸ ਕਰਕੇ ਇਹ ਹੁਣ ਮਾਰੂ ਹਮਲਾ ਜਿਹੜਾ ਨਸ਼ਿਆਂ ਦਾ ਵਰਤਿਆ ਕਿ ਇਹਨਾਂ ਨੂੰ ਦੀ ਜੋ ਹੈ ਨਸਲਕੁਸ਼ੀ ਕਰ ਦਿੱਤੀ ਜਾਵੇ ਨਸ਼ਿਆਂ ਦੇ ਰਾਹੀਂ। ਮਹਾਂਪੁਰਖਾਂ ਨੇ ਗੁਰੂ ਪ੍ਰੇਮੀਓ ਬੜਾ ਭਾਰੀ ਪ੍ਰਚਾਰ ਕੀਤਾ ਔਰ ਵਚਨ ਕੀਤਾ, ਕਰਿਆ ਕਰਦੇ ਸਨ ਕਿ ਸਭ ਤੋਂ ਜਿਹਦੇ ਮਾੜੇ ਕਰਮ ਹੋਣ ਪਰਮੇਸ਼ਰ ਉਹਨੂੰ ਕੋਹੜ ਦੀ ਬਿਮਾਰੀ ਲਾਉਂਦਾ, ਔਰ ਜਿਸ ਦੇ ਇਦੋਂ ਵੀ ਮਾੜੇ ਕਰਮ ਹੋਣ, ਕੋਹੜ ਦੀ ਬਿਮਾਰੀ ਤੋਂ ਭਾਵ ਹੈ ਇਹ ਹੈ ਕਿ ਲਾ ਇਲਾਜ, ਜੋ ਉਸ ਸਮੇਂ ਲਾ ਇਲਾਜ ਸੀ, ਜਿਸ ਬਿਮਾਰੀ ਦਾ ਇਲਾਜ ਕੋਈ ਨਾ ਹੋਵੇ ਔਰ ਉਹ ਬਿਮਾਰ ਆਦਮੀ ਤੜਫ ਕਰਕੇ ਦੁਖੀ ਹੋ ਕੇ ਉਹ ਬਿਮਾਰੀ ਨਾਲ ਮਰ ਜਾਏ। ਮਹਾਂਪੁਰਖ ਕਹਿਣ ਲੱਗੇ ਕਿ ਇਸ ਤਰ੍ਹਾਂ ਜੋ ਜਿਹਦੇ ਬਹੁਤੇ ਮਾੜੇ ਕਰਮ ਹੋਣ ਉਹਨੂੰ ਰੱਬ ਪਰਮੇਸ਼ਰ ਕੋਹੜ ਦੀ ਬਿਮਾਰੀ ਲਾਉਂਦਾ, ਲਾ ਇਲਾਜ ਬਿਮਾਰੀ, ਔਰ ਜਿਹਦੇ ਉਦੋਂ ਵੀ ਮਾੜੇ ਕਰਮ ਹੋਣ ਉਸ ਨੂੰ ਨਸ਼ਾ ਲੱਗਦਾ, ਨਸ਼ਾ। ਕਿਉਂਕਿ ਨਸ਼ੇ ਵਰਤਣ ਵਾਲਾ ਆਦਮੀ ਨਾ ਤਾਂ ਜੀਂਦਿਆਂ ਵਿੱਚ ਨਾ ਮਰਿਆਂ ਵਿੱਚ। ਸੋ ਇਸ ਕਰਕੇ ਨਸ਼ੇ ਦਾ ਬੜਾ ਭਾਰੀ ਮਹਾਂਪੁਰਖ ਨਸ਼ੇ ਦੇ ਖਿਲਾਫ ਪ੍ਰਚਾਰ ਕਰਿਆ ਕਰਦੇ। ਔਰ ਦੀਵਾਨਾਂ ਦੇ ਵਿੱਚ ਜਿੱਥੇ ਲੱਖਾਂ ਦੀ ਗਿਣਤੀ ਹੁੰਦੀ ਇਕੱਠ ਵਿੱਚ,
ਸੋ ਸੰਗਤਾਂ ਨੂੰ, ਸਾਰੇ ਆਦਮੀਆਂ ਨੂੰ ਨਸ਼ੇ ਛੱਡਣ ਦੀ ਪ੍ਰੇਰਨਾ ਕਰਦੇ, ਹੱਥ ਖੜੇ ਕਰਾਏ ਜਾਂਦੇ ਨਸ਼ੇ ਛੱਡਣ ਵਾਲਿਆਂ ਦੇ। ਔਰ ਇਸੇ ਤਰ੍ਹਾਂ ਅੰਮ੍ਰਿਤ ਮਹਾਂਪੁਰਖ ਪ੍ਰੇਰਿਆ ਕਰਦੇ। ਇੱਕ ਇੱਕ ਦਿਨ ਦੇ ਵਿੱਚ ਕਈ ਥਾਵਾਂ 'ਤੇ ਸਾਈਕਲ 'ਤੇ ਜਾ ਕਰਕੇ ਗੁਰੂ ਪਿਆਰਿਓ ਪ੍ਰਚਾਰ ਕਰਿਆ ਕਰਦੇ। ਬੱਸਾਂ 'ਤੇ ਬਾਅਦ ਵਿੱਚ ਆਈਆਂ ਜਥੇ ਵਿੱਚ ਬੜਾ ਭਾਰੀ। ਫਿਰ ਸੋ ਬੱਸਾਂ ਦੇ ਨਾਲ, ਗੱਡੀਆਂ ਦੇ ਨਾਲ ਵੀ ਪ੍ਰਚਾਰ ਕੀਤਾ। ਔਰ ਮਹਾਂਪੁਰਖਾਂ ਦੀ ਇਹ ਤੀਬਰ ਇੱਛਾ ਸੀ ਕਿ ਨਸ਼ੇ ਦੇ, ਸੋ ਗੁਰੂ ਕੇ ਪਿਆਰਿਓ ਖਿਲਾਫ ਔਰ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਜਥੇ ਦੇ 5 ਜਥੇ ਹੋਣ ਸਿੰਘਾਂ ਦੇ, ਜੋ ਕੀਰਤਨੀ ਜਥੇ, ਇੱਕ ਕੀਰਤਨੀ ਜਥਾ ਆ ਔਰ ਨਾਲ ਇੱਕ ਕਥਾਵਾਚਕ, ਸਾਰੇ ਹੀ ਜਾ ਕਰਕੇ ਸਿੱਖੀ ਦਾ ਪ੍ਰਚਾਰ ਕਰਿਆ ਕਰਨ। ਇਸ ਤਰ੍ਹਾਂ ਗੁਰੂ ਪ੍ਰੇਮੀਓ, ਧੰਨ ਉਹ ਮਹਾਂਪੁਰਖ ਬੜੀ ਭਾਰੀ ਇਹ ਸੇਵਾ ਕੀਤੀ ਔਰ ਨਸ਼ੇ ਨੂੰ ਛਡਾ ਕਰਕੇ ਅੰਮ੍ਰਿਤ ਛਕਾਇਆ ਕਰਦੇ ਤਿਆਰ ਤਿਆਰ ਸਿੰਘਾਂ ਨੂੰ। ਔਰ ਜਿੱਥੇ ਗੁਰੂ ਪਿਆਰਿਓ ਸੰਗਤ ਨੂੰ ਪ੍ਰਚਾਰ ਦੇ ਮਹਾਂਪੁਰਖ, ਉੱਥੇ ਇਹ ਵਿਚਾਰਿਆ ਕਿ ਜਿੰਨੇ ਵੀ ਪ੍ਰਚਾਰਕ ਹਨ, ਪ੍ਰਚਾਰਕਾਂ ਦਾ ਅਸਰ ਤਾਂ ਹੋ ਸਕਦਾ ਜੇ ਉਹ ਆਪ ਰਹਿਤ ਵਿੱਚ ਤਿਆਰ ਹੋਣ। ਜੇ ਪ੍ਰਚਾਰਕਾਂ ਦਾ ਜੀਵਨ ਢਿੱਲਾ ਹੈ ਤਾਂ ਸੰਗਤ 'ਤੇ ਵੀ ਅਸਰ ਨਹੀਂ ਹੋਵੇਗਾ। ਜੇ ਕੋਈ ਆਪ ਸ਼ਰਾਬ ਪੀਂਦਾ ਹੈ, ਉਹ ਗੁਰੂ ਕਾ ਜਸ ਸੁਣਾ ਕੇ ਨਾਲ ਆਖੇ ਭਾਈ ਨਸ਼ੇ ਨਹੀਂ ਵਰਤਣੇ ਚਾਹੀਦੇ, ਤੇ ਉਹਦਾ ਅਸਰ ਕਿੰਨਾ ਕੁ ਹੋਏਗਾ? ਸੁਣਨ ਵਾਲੇ ਕਹਿਣਗੇ ਨਾ ਵੀ ਭਾਈ ਪਹਿਲਾਂ ਤੂੰ ਆਪ ਛੱਡ। ਇਸ ਕਰਕੇ ਮਹਾਂਪੁਰਖਾਂ ਨੇ, ਵੱਡੇ ਮਹਾਂਪੁਰਖਾਂ ਦੇ ਸੱਚਖੰਡ ਗਮਨ ਸਥਾਨ ਦਮਦਮੀ ਟਕਸਾਲ ਦੇ ਹੈੱਡਕੁਆਟਰ ਉਸ ਸਮੇਂ ਮਹਿਤਾ ਸਾਹਿਬ ਵਿਖੇ, ਸੋ ਵੱਡੇ ਮਹਾਂਪੁਰਖਾਂ ਦੀ ਬਰਸੀ ਸਮਾਗਮ 'ਤੇ ਜੋ ਜਿੰਨੇ ਵੀ ਜਥੇ ਸਨ ਆਏ, ਕਵੀਸ਼ਰ, ਢਾਡੀ ਔਰ ਪ੍ਰਚਾਰਕ, ਸਾਰਿਆਂ ਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਆ ਔਰ ਕਿਹਾ ਕਿ ਜਿਹੜਾ ਜਿਹਨੇ ਵੀ ਪ੍ਰਚਾਰ ਕਰਨਾ, ਪਹਿਲਾਂ ਨਸ਼ੇ ਤਿਆਗ ਕੇ ਔਰ ਆਪ ਰਹਿਤ ਵਿੱਚ ਤਿਆਰ ਹੋਵੇ, ਅੰਮ੍ਰਿਤ ਛਕੇ, ਧਾਰਨੀ ਹੋਵੇ ਅੰਮ੍ਰਿਤ ਦਾ। ਗੁਰੂ ਪ੍ਰੇਮੀਓ, ਇਸ ਤਰ੍ਹਾਂ ਸੋ ਸੈਂਕੜੇ ਹੀ ਇਹ ਪ੍ਰਚਾਰਕ ਜਥਿਆਂ ਨੂੰ ਤਿਆਰ ਕੀਤਾ। ਗੁਰੂ ਪ੍ਰੇਮੀਓ, ਜਿੱਥੇ ਵੀ ਕਿਤੇ ਪੰਥ ਦੀ, ਸੋ ਇਸੇ ਤਰ੍ਹਾਂ ਪੰਥ ਵਿੱਚ ਕੋਈ ਵੀ ਕੌਮ ਦਾ ਕਾਰਜ ਹੁੰਦਾ, ਮਹਾਂਪੁਰਖ ਵੱਧ ਚੜ੍ਹ ਕੇ ਉਸ ਕਾਰਜ ਦੇ ਵਿੱਚ, ਪੰਥਕ ਕਾਰਜ ਵਿੱਚ ਹਿੱਸਾ ਲੈਂਦੇ। ਔਰ ਵੱਡੇ ਮਹਾਂਪੁਰਖਾਂ ਦੇ ਸੱਚਖੰਡ ਗਮਨ ਸਥਾਨ ਮਹਿਤਾ ਨਗਰ ਵਿਖੇ ਇੱਕ ਵੱਡਾ ਭਾਰੀ ਗੁਰਦੁਆਰਾ ਸਾਹਿਬ ਜੋ ਹੈ ਉਸਾਰੀ ਕਰਾਈ, ਇਮਾਰਤ ਦੀ ਵਿਦਿਆਲਾ ਬਣਾਇਆ ਗਿਆ, ਕੀਰਤਨ ਵਿਦਿਆਲਾ, ਗੁਰਮਤਿ ਵਿਦਿਆਲਾ, ਜਿਸ ਵਿੱਚ 35 ਕਮਰੇ ਮਹਾਂਪੁਰਖਾਂ ਨੇ ਉਸ ਵੇਲੇ ਬਣਾਏ। ਔਰ ਵਧੀਆ ਜੋ ਉਸਤਾਦ ਲਾ ਕੇ ਗੁਰਮਤਿ ਦੇ ਜਿੱਥੇ ਜਥੇ ਦੇ ਵਿੱਚ ਗੁਰੂ ਕੇ ਪਿਆਰਿਓ ਸ਼ੁੱਧ ਬਾਣੀ ਪਾਠ ਦਾ ਉਚਾਰਨ, ਬਾਣੀ ਦਾ ਪਾਠ ਉਚਾਰਨ ਕਰਾਇਆ ਜਾਂਦਾ ਹੈ, ਕਥਾ ਦੀ ਸੰਥਿਆ ਦਿੱਤੀ ਜਾਂਦੀ ਹੈ, ਕੀਰਤਨ ਦਾ ਵਿਦਿਆਲਾ ਵੀ ਬੜਾ ਭਾਰੀ ਮਹਾਂਪੁਰਖਾਂ ਨੇ ਚਲਾਇਆ। ਇਸੇ ਹੀ ਤਰ੍ਹਾਂ ਇੱਕ ਵਾਰ ਗੁਰੂ ਪ੍ਰੇਮੀਓ, ਸੋ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਪੁਰਾਣੀ ਤੇ ਨਵੀਂ ਕਮੇਟੀ ਵਿੱਚ ਝਗੜਾ ਹੋਣ ਕਰਕੇ
ਦੋਨਾਂ ਨੇ ਦਾ ਕੇਸ ਹਾਈ ਕੋਰਟ ਤੱਕ ਚਲਾ ਗਿਆ ਔਰ ਇੱਕ ਕਮੇਟੀ ਦਾ 60,000 ਤੇ ਇੱਕ ਦਾ 80,000 ਰੁਪਈਆ ਖਰਚ ਹੋ ਗਿਆ। ਉਹਨਾਂ ਵਿੱਚੋਂ ਇੱਕ ਕਮੇਟੀ ਦੇ ਮੈਂਬਰ ਨੇ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਕਿ ਸਰਕਾਰ ਇਹ ਜੋ ਤਖਤ ਸਾਹਿਬ ਦੀ ਸੇਵਾ ਹੈ ਆਪਣੇ ਕਬਜ਼ੇ 'ਚ ਕਰ ਲਏ। ਮਹਾਂਪੁਰਖਾਂ ਨੂੰ ਪਤਾ ਲੱਗਣ ਤੋਂ ਸੰਤ ਬਾਬਾ ਨਿਸ਼ਚਲ ਸਿੰਘ ਜੀ ਯਮੁਨਾ ਨਗਰ ਵਾਲੇ ਤੇ ਹੋਰ ਮਹਾਂਪੁਰਖਾਂ ਨੂੰ ਨਾਲ ਲੈ ਕੇ ਮਹਾਂਪੁਰਖਾਂ ਨੇ ਦੋਨੋਂ ਕਮੇਟੀ ਦੇ ਮੈਂਬਰਾਂ ਨੂੰ ਸੱਦਿਆ। 2 ਰਾਤਾਂ 16 ਘੰਟੇ ਬੈਠ ਕਰਕੇ ਵਿਚਾਰਾਂ ਕੀਤੀਆਂ ਗਈਆਂ ਤੇ ਉਹਦੇ ਵਿੱਚ ਕਈ ਮੈਂਬਰਾਂ ਨੂੰ ਫਿਰ ਸਰਬਸੰਮਤੀ ਨਾਲ ਉੱਥੋਂ ਕਮੇਟੀ 'ਚੋਂ ਹਟਾ ਦਿੱਤਾ ਗਿਆ। ਬਾਕੀ ਸਾਰੇ ਮੈਂਬਰਾਂ ਨੂੰ ਪ੍ਰਧਾਨ ਸਮੇਤ ਸੇਵਾਦਾਰਾਂ ਨੂੰ ਅੰਮ੍ਰਿਤ ਛਕਣ ਰਹਿਤ ਤਿਆਰ ਹੋਣ ਦਾ ਸੋ ਉੱਥੇ ਫੈਸਲਾ ਲਿਆ ਗਿਆ। ਇਸੇ ਤਰ੍ਹਾਂ ਜੋ ਤਖਤ ਸਾਹਿਬ ਜੀ ਦੇ ਪ੍ਰਬੰਧ ਹੇਠ ਕਾਲਜ ਸਨ ਸਮੇਤ ਪ੍ਰਿੰਸੀਪਲ ਦੇ ਸਾਰੇ ਹੀ ਸਟਾਫ ਨੂੰ ਸੋ ਇਸ ਅੰਮ੍ਰਿਤ ਛਕਣ ਦਾ ਸੋ ਪੰਜਾਂ ਪਿਆਰਿਆਂ ਸੋ ਇਹ ਮਹਾਂਪੁਰਖਾਂ ਵੱਲੋਂ ਹੁਕਮ ਲੱਗਾ। ਜੋ ਤਖਤ ਸਾਹਿਬ ਵਿਖੇ ਉਹਨਾਂ ਨੇ ਹਾਜ਼ਰ ਹੋ ਕਰਕੇ ਅੰਮ੍ਰਿਤ ਛਕਿਆ ਔਰ ਇਹ ਵੀ ਫੈਸਲਾ ਲਿਆ ਗਿਆ ਕਿ ਤਖਤ ਸਾਹਿਬ ਵਿਖੇ 5 ਪਿਆਰੇ ਹਰ ਸਮੇਂ ਹਾਜ਼ਰ ਰਹਿਣ, ਕਿਉਂਕਿ ਜਦੋਂ ਵੀ ਕੋਈ ਸੰਗਤ ਆਵੇ ਤੇ ਸੋ ਅੰਮ੍ਰਿਤ ਬਾਟਾ ਤਿਆਰ ਕੀਤਾ ਜਾ ਸਕੇ। ਇਸ ਤਰ੍ਹਾਂ ਮਹਾਂਪੁਰਖਾਂ ਦੇ ਉਦਮ ਸਦਕਾ ਇਹ ਬੜਾ ਭਾਰੀ ਮਹਾਨ ਕਾਰਜ ਹੋਇਆ। ਜੋ ਗੁਰੂ ਕੇ ਪਿਆਰਿਓ, ਨਹੀਂ ਤਾਂ ਇਹ ਤਖਤ ਸਾਹਿਬ ਜੀ ਜੋ ਸੀ ਸਰਕਾਰ ਦੇ ਕਬਜ਼ੇ ਸੇਵਾ ਚਲੀ ਜਾਣੀ ਸੀ। ਪਰ ਉਦੋਂ ਤੋਂ ਲੈ ਕਰਕੇ ਮਹਾਂਪੁਰਖਾਂ ਨੇ ਜੋ ਫੈਸਲਾ ਕਰਾਇਆ, ਫਿਰ ਗੁਰੂ ਕੀ ਕਿਰਪਾ ਦੇ ਨਾਲ ਉਹ ਚੜ੍ਹਦੀ ਕਲਾ ਦੇ ਨਾਲ ਉਸੇ ਤਰ੍ਹਾਂ ਸਾਰੇ ਦੋਨੋਂ ਕਮੇਟੀਆਂ ਦੇ ਮੈਂਬਰ ਮੰਨਦੇ ਰਹੇ, ਸਾਰੀ ਸੰਗਤ ਮੰਨਦੀ ਰਹੀ ਔਰ ਉਸ ਫੈਸਲੇ ਦੇ ਜੋ ਨਿਯਮ ਸੀ ਸਤਿਗੁਰੂ ਜੀ ਦੀ ਕਿਰਪਾ ਨਾਲ ਲਾਗੂ ਰਹੇ। ਗੁਰੂ ਪ੍ਰੇਮੀਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ 300 ਸਾਲਾ ਮਨਾਉਂਦਿਆਂ ਹੋਇਆ ਵੱਡਾ ਭਾਰੀ ਨਗਰ ਕੀਰਤਨ ਲੈ ਕਰਕੇ ਮਹਾਂਪੁਰਖ ਜੋ ਇਹ ਨਗਰ ਕੀਰਤਨ ਦਿੱਲੀ ਵਿਖੇ ਜਾਣਾ ਸੀ, ਜਿਸ ਦੇ ਵਿੱਚ 500 ਤੋਂ ਵੱਧ ਜੋ ਸੀ ਬੱਸਾਂ ਕਾਰਾਂ ਸਨ, ਹੋਰ ਵਹੀਕਲ ਔਰ ਜੋ ਗਿਣਤੀ ਸੀ ਬਾਕੀ ਸੰਗਤ ਦੀ ਉਹ ਲੱਖਾਂ ਦੀ ਗਿਣਤੀ ਵਿੱਚ ਸੀ। ਸੋ ਗੁਰਮੁਖਾਂ ਨੇ ਲਿਖੀ ਆ ਕਿ 15 ਲੱਖ ਦੇ ਕਰੀਬ ਹੋ ਸਕਦਾ ਇਸ ਨਗਰ ਕੀਰਤਨ ਦੇ ਵਿੱਚ ਸੰਗਤ ਸ਼ਾਮਲ ਸੀ। ਸੋ ਦਿੱਲੀ ਵਿਖੇ ਰਾਮਲੀਲਾ ਮੈਦਾਨ ਦੇ ਵਿੱਚ ਵੱਡਾ ਭਾਰੀ ਸੋ ਪੰਡਾਲ ਸਜਾਇਆ ਗਿਆ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇ ਗਏ। ਕੋਈ 20 ਲੱਖ ਸੰਗਤ ਦੇ ਇਕੱਠ ਦੇ ਵਿੱਚ ਸਾਰੇ ਸੰਤ ਮਹਾਤਮਾ ਵੀ ਸਟੇਜ ਉੱਪਰ ਸਵਾਈਮਾਨ ਸਨ ਔਰ ਇਸੇ ਤਰ੍ਹਾਂ ਸਰਕਾਰ ਦੇ ਵੀ ਜਿੰਨੇ ਵੀ ਨੁਮਾਇੰਦੇ ਔਰ ਵਜ਼ਾਰਤ ਦੇ ਲੋਕ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਜੋ ਸਮੇਂ ਦੀ ਸੀ ਇੰਦਰਾ ਗਾਂਧੀ, ਉਹ ਵੀ ਗੁਰੂ ਕੇ ਪਿਆਰਿਓ ਸਟੇਜ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਮੱਥਾ ਟੇਕਣ ਆਈ। ਜਿਸ ਵੇਲੇ ਪ੍ਰਧਾਨ ਮੰਤਰੀ ਆਈ, ਕਈ ਜਿਹੜੇ ਝੋਲੀ ਚੁੱਕ ਹੁੰਦੇ ਆ ਜਾਂ ਸਤਿਗੁਰੂ ਜੀ ਦੇ ਸਤਿਕਾਰ ਨਾਲੋਂ ਵੱਧ ਕਿਸੇ ਆਦਮੀ ਦਾ ਸਤਿਕਾਰ ਸਮਝਦੇ ਆ,
ਕਈਆਂ ਨੇ ਖੜੇ ਹੋ ਕੇ ਉਹਦਾ ਸਤਿਕਾਰ ਕੀਤਾ। ਪਰ ਮਹਾਂਪੁਰਖ ਉਸ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਬੈਠੇ ਸਨ, ਸਤਿਗੁਰੂ ਜੀ ਦੇ ਸੁਸ਼ੋਭਿਤ ਸਨ। ਮਹਾਂਪੁਰਖਾਂ ਨੇ ਇਹਨਾਂ ਦੇ ਕਾਰੇ ਨੂੰ ਚੰਗੀ ਤਰ੍ਹਾਂ ਤੱਕਿਆ, ਕੀ ਕਰ ਰਹੇ ਆ। ਜਦੋਂ ਪ੍ਰਧਾਨ ਮੰਤਰੀ ਬੋਲ ਕੇ ਹਟੀ, ਸੋ ਕਿਸੇ ਨੇ ਖੁਸ਼ਾਮਦੀ ਨੇ ਵੀ ਕਹਿ ਦਿੱਤਾ ਕਿ ਵੇਖੋ ਉਹ ਪ੍ਰਧਾਨ ਮੰਤਰੀ ਦੀ ਖੁਸ਼ਾਮਦ ਕਿ ਵੇਖੋ ਜਿਹੜਾ ਦਿੱਲੀ ਦਾ ਤਖਤ ਜਿਸ ਨੇ ਕਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸੋ ਸ਼ਹੀਦੀ ਦਾ ਹੁਕਮ ਸੁਣਾਇਆ ਸੀ, ਕਤਲ ਦਾ ਹੁਕਮ ਸੁਣਾਇਆ ਸੀ, ਉਹੀ ਤਖਤ ਅੱਜ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਨ ਆਇਆ। ਔਰ ਪ੍ਰਧਾਨ ਮੰਤਰੀ ਦੀ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨੂੰ ਦੀ ਖੁਸ਼ਾਮਦ ਕਰਦਿਆਂ ਕਹਿਣ ਲੱਗੇ ਕਿ ਸੋ ਪ੍ਰਧਾਨ ਮੰਤਰੀ ਨੇ ਬੜਾ ਹੀ ਖੁਸ਼ੀ ਵਾਲੀ ਗੱਲ ਹੈ, ਪੰਜਾਬ ਦੇ ਵਿੱਚ ਇੱਕ ਪੁੱਤਰ ਦਾ ਰਿਸ਼ਤਾ ਕੀਤਾ ਹੈ। ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਕਹਾਂਗੇ ਕਿ ਦੂਜਾ ਵੀ ਸੋ ਉੱਥੇ ਹੀ ਕਰੋ। ਇਹ ਵਚਨ ਜਦੋਂ ਇਹ ਗੱਲਾਂ ਜਦੋਂ ਖੁਸ਼ਾਮਦੀਆਂ ਨੇ ਕਹੀਆਂ ਤਾਂ ਜਿਸ ਵੇਲੇ ਮਹਾਂਪੁਰਖਾਂ ਦਾ ਬੋਲਣ ਦਾ, ਗੁਰੂ ਕੇ ਪਿਆਰਿਓ, ਮਹਾਂਪੁਰਖ ਜਦੋਂ ਵੀ ਪ੍ਰਚਾਰ ਪ੍ਰਾਰੰਭ ਕਰਦੇ ਇਹ ਵਚਨ ਕਿਹਾ ਕਰਦੇ ਸਨ, ਇਹ ਨਾਅਰਾ ਲਾਇਆ ਕਰਦੇ ਸੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਨਾਅਰਾ ਲਾ ਕੇ ਮਹਾਂਪੁਰਖਾਂ ਨੇ ਪ੍ਰਚਾਰ ਪ੍ਰਾਰੰਭ ਕੀਤਾ ਔਰ ਇਹ ਵਚਨ ਕਹਿਣ ਲੱਗੇ ਕਿ ਇਤਿਹਾਸ ਦੇ ਕਾਲੇ ਅੱਖਰਾਂ ਵਿੱਚ ਅਸੀਂ ਪੜ੍ਹਿਆ ਸੀ ਕਿ ਰਾਜਪੂਤ ਰਜਵਾੜੇ ਧੀਆਂ ਦੇ ਡੋਲੇ ਦੇ ਕਰਕੇ ਰਾਜ ਕਰਦੇ ਰਹੇ ਆ, ਪਰ ਇਹ ਆਦਤ ਕੀ ਸਿੱਖਾਂ 'ਚ ਵੀ ਪਵੇਗੀ? ਨਹੀਂ। ਸੋ ਅਸੀਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਹਾਂ ਕਿ ਜੇ ਉਹਦੀ ਕੋਈ ਬੇਟੀ ਹੈ ਤਾਂ ਉਹ ਪੰਜਾਬ ਦੇ ਵਿੱਚ ਵਿਆਹਵੇ, ਸੋ ਨਾਤਾ ਹੋਰ ਗੂੜਾ ਹੋਵੇਗਾ, ਸੋ ਬੜਾ ਵਧੀਆ ਪੱਕਾ ਸੰਬੰਧ ਚੱਲੇਗਾ। ਔਰ ਇਸੇ ਤਰ੍ਹਾਂ ਦੂਜਾ ਵਚਨ ਉਹਦਾ ਜਵਾਬ ਦਿੰਦਿਆਂ ਮਹਾਂਪੁਰਖਾਂ ਨੇ ਇਹ ਵਚਨ ਕੀਤੇ, ਕਹਿਣ ਲੱਗੇ ਕਿ ਜੇ ਅੱਜ ਦਿੱਲੀ ਦਾ ਤਖਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਨਤ ਹੋਣ ਆਇਆ ਤੇ ਇਹਦੇ ਵਿੱਚ ਕੋਈ ਅਹਿਸਾਨ ਨਹੀਂ। ਇਹ ਦਿੱਲੀ ਦਾ ਤਖਤ ਇਹਨਾਂ ਨੂੰ ਦਵਾਇਆ ਕਿਹਨੇ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੇਕਰ ਆਪਣਾ ਸੀਸ ਬਲੀਦਾਨ ਨਾ ਕਰਦੇ, ਆਪਣੀ ਸ਼ਹੀਦੀ ਨਾ ਦਿੰਦੇ ਤੇ ਨਾ ਕੋਈ ਸੋ ਤਖਤ ਵਾਲੇ ਰਹਿਣੇ ਸੀ। ਇਹ ਤਖਤ ਦੀ ਰੂਪ ਰੇਖਾ ਕੁਝ ਹੋਰ ਹੀ ਹੋਣੀ ਸੀ, ਨਾ ਕੋਈ ਧੋਤੀ ਤੇ ਨਾ ਕੋਈ ਬੋਧੀ, ਨਾ ਕੋਈ ਰਾਮ ਰਹੀਮ ਕਹਿਣ ਵਾਲਾ ਤੇ ਨਾ ਕੋਈ ਟੱਲੀਆਂ ਖੜਕਾਉਣ ਵਾਲਾ ਰਹਿਣਾ ਸੀ। ਜਿਵੇਂ ਹੁਣ ਬਾਬਰੀ ਮਸਜਿਦ ਬਣੀ ਸੀ ਨਾ, ਇਸ ਤਰ੍ਹਾਂ ਸਾਰੇ ਥਾਵਾਂ 'ਤੇ ਇਹ ਸ਼ਿਵ ਦੁਆਲੇ ਮੰਦਰ ਦੁਆਲੇ ਢਾਹ ਕਰਕੇ ਤੇ ਉਹਨਾਂ ਨੇ ਮਸੀਤਾਂ ਬਣਾ ਦੇਣੀਆਂ ਸੀ, ਮਸੀਤਾਂ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਸਦਕਾ ਹੀ ਹੈ। ਔਰ ਇਹ ਜਿੰਨੇ ਇਹਦੇ ਸਿਰ ਦੇ ਸਾਰੇ ਸਰੀਰ ਤੇ ਰੋਮ ਹਨ, ਓਨੀ ਵਾਰ ਜਨਮ ਲੈ ਕੇ ਆਪਣਾ ਸਿਰ ਵੱਢ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਅਰਪਣ ਕਰ ਦਵੇ, ਤਾਂ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੋ ਕੀਤੇ ਹੋਈ
ਅਹਿਸਾਨ ਨੂੰ ਇਹ ਨਹੀਂ, ਸਤਿਗੁਰੂ ਜੀ ਦੇ ਕੀਤੇ ਹੋਏ ਅਹਿਸਾਨ ਦਾ ਇਹ ਮੁੱਲ ਨਹੀਂ ਚੁਕਾ ਸਕਦੇ। ਗੁਰੂ ਪਿਆਰਿਓ, ਇਸ ਪ੍ਰਕਾਰ ਨਿਰਭੈਤਾ ਦੇ ਜਦੋਂ ਬਚਨ ਮਹਾਂਪੁਰਖਾਂ ਨੇ ਸੱਚੇ ਵਚਨ ਕਹੇ, ਉਸ ਵੇਲੇ ਉਸ ਸਮੇਂ ਤੋਂ ਹੀ ਫਿਰ ਇਹ ਜੋ ਸਰਕਾਰ ਸੀ ਇਹ ਦਮਦਮੀ ਟਕਸਾਲ ਦੇ ਨਾਲ ਵੈਰ ਰੱਖਣ ਲੱਗ ਪਈ। ਧੰਨ ਮਹਾਂਪੁਰਖ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਕਿਸੇ ਦੀ ਕਾਣ ਕਨੌਟ ਨਾ ਸਹਾਰਦਿਆਂ ਹੋਇਆਂ, ਨਾ ਰੱਖਦਿਆਂ ਹੋਇਆਂ, ਹਮ ਕਾਹੂ ਕੀ ਕਾਣ ਨਾ ਕੱਢਦੇ, ਆਪਣੇ ਗੁਰ ਪ੍ਰਸਾਦੇ। ਸੋ ਬੇਪਰਵਾਹੀ ਦੇ ਨਾਲ, ਚੜ੍ਹਦੀ ਕਲਾ ਦੇ ਨਾਲ, ਸੰਤਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਿ ਕੈ, ਜਾ ਕੋ ਪਾਕ ਸੁਆਮੀ। ਸੋ ਬੜਾ ਭਾਰੀ ਗੁਰਸਿੱਖੀ ਦਾ ਪ੍ਰਚਾਰ ਕੀਤਾ। ਸੋ ਦਾਸ ਨੇ ਪੁਰਾਣੇ ਸਿੰਘਾਂ ਤੋਂ ਸੁਣਿਆ ਹੈ ਕਿ ਮਹਾਂਪੁਰਖ ਅਕਸਰ ਵਚਨ ਕਰਿਆ ਕਰਦੇ ਕਿ ਭਾਈ ਇਹ ਜੋ ਸਮਾਂ ਮਿਲਿਆ ਇਹਨੂੰ ਸਿਮਰਨ ਕਰਕੇ, ਸੇਵਾ ਕਰਕੇ, ਗੁਰਸਿੱਖੀ ਦੇ ਪ੍ਰਚਾਰ ਕਰਕੇ ਇਹਨੂੰ ਸਫਲ ਕਰ ਲਈਏ। ਸੋ ਇਹ ਸਮਾਂ ਸੌਣ ਵਾਸਤੇ ਨਹੀਂ ਹੈ, ਆਰਾਮ ਕਰਨ ਵਾਸਤੇ ਨਹੀਂ ਮਿਲਿਆ, ਆਰਾਮ ਹਰਾਮ ਹੈ। ਇਸ ਤਰ੍ਹਾਂ ਬਚਨ ਕਰਿਆ ਕਰਦੇ। ਔਰ ਇਸ ਤਰ੍ਹਾਂ ਪ੍ਰਚਾਰ ਕਰਦਿਆਂ ਹੋਇਆਂ ਬੜਾ ਭਾਰੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਅਨੇਕਾਂ ਹੀ ਗੁਰਸਿੱਖਾਂ ਨੂੰ, ਸੰਗਤਾਂ ਨੂੰ ਸੋ ਰਹਿਤ ਵਿੱਚ ਦ੍ਰਿੜ ਕਰਾ ਕੇ, ਨਸ਼ਿਆਂ ਨੂੰ ਛਡਾ ਕਰਕੇ, ਪੰਜਾਂ ਕਕਾਰਾਂ ਦੇ ਧਾਰਨੀ ਪ੍ਰਪੱਕ ਗੁਰਸਿੱਖੀ ਦੀ ਰਹਿਤ ਵਿੱਚ ਤਿਆਰ ਬਰ ਤਿਆਰ ਕਰਕੇ, ਗੁਰੂ ਦੇ ਲੜ ਲਾ ਕੇ, ਨਿਤਨੇਮ ਦੇ ਗੁਰੂ ਕੇ ਪਿਆਰਿਓ ਨਿਤਨੇਮ ਵਿੱਚ ਪ੍ਰਪੱਕ ਕਰਕੇ। ਸੋ ਇੱਥੋਂ ਤੱਕ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਭਰਾਤਾ ਭਾਈ ਜਗੀਰ ਸਿੰਘ ਜੀ ਇੱਕ ਵਾਰ ਢਿੱਲੇ ਸਨ ਸਰੀਰ ਕਰਕੇ, ਤਾਂ ਮਹਾਂਪੁਰਖ ਉਹਨਾਂ ਨੂੰ ਮਿਲਣ ਗਏ। ਸਹਿਜ ਸੁਭਾਏ ਬਚਨ ਕੀਤਾ, ਕਹਿਣ ਲੱਗੇ ਨਿਤਨੇਮ ਕਰ ਰਹੇ ਹੋ, ਹੁਣ ਸਰੀਰ ਦੀ ਜ਼ਿਆਦਾ ਢਿਲਾਈ ਲੱਗਦੀ ਹੈ। ਅੱਗੋਂ ਉਹਨਾਂ ਨੇ ਬੇਨਤੀ ਕੀਤੀ, ਮਹਾਂਪੁਰਖੋ ਸੋ ਮੈਂ ਹੁਣ ਸੁਣ ਲੈਣਾ। ਮਹਾਂਪੁਰਖ ਕਹਿਣ ਲੱਗੇ ਨਹੀਂ ਭਾਈ, ਆਲਸ ਨਹੀਂ ਕਰਨੀ, ਸੁਣਨ ਦਾ, ਬਾਣੀ ਸੁਣਨ ਦਾ ਵੀ ਲਾਭ ਹੈ, ਪਰ ਆਪਣੀ ਜ਼ੁਬਾਨ ਨੂੰ ਵੀ ਸਫਲੇ ਕਰਨਾ, ਨਿਤਨੇਮ ਜ਼ਰੂਰ ਕਰਨਾ ਹੈ, ਇਸ ਤਰ੍ਹਾਂ ਢਿਲਾਈ ਨਹੀਂ ਵਰਤਣੀ। ਇਸ ਤਰ੍ਹਾਂ ਗੁਰੂ ਪਿਆਰਿਓ ਮਹਾਂਪੁਰਖਾਂ ਨੇ ਆਪਣੇ ਜਥੇ ਵਿੱਚ ਰਹਿਣ ਵਾਲੇ ਸਿੰਘਾਂ ਤੋਂ, ਸੋ ਕਈ ਸਿੰਘਾਂ ਨੇ ਦੱਸਿਆ ਕਿ ਸਾਥੋਂ ਮਹਾਂਪੁਰਖ 500 ਪਾਠ ਚੌਪਈ ਸਾਹਿਬ ਦਾ ਇੱਕ ਦਿਨ ਵਿੱਚ ਕਰਾਇਆ ਕਰਦੇ ਸੀ। 500 ਪਾਠ ਗਿਣਤੀ 500 ਦੀ ਕਰਨੀ ਹੋਵੇ ਕਿੰਨਾ ਸਮਾਂ ਲੱਗਦਾ। ਇਹ ਗੱਲ ਜਿਹੜੀ ਆ ਔਖੀ ਲੱਗਦੀ ਹੈ। ਇਸੇ ਕਰਕੇ ਕਈ ਮਨਮੁਖ ਜਿਹੜੇ ਉਹ ਤਰਕਾਂ ਕਰਦੇ ਆ ਵੀ ਇੰਨੀ ਬਾਣੀ ਕਿਵੇਂ ਪੜ੍ਹੀ ਜਾ ਸਕਦੀ ਹੈ, ਇਵੇਂ ਕਿਵੇਂ ਹੋ ਸਕਦਾ ਹੈ, ਅਸੀਂ ਤਾਂ ਮਸਾਂ 5 ਪਾਠ ਕਰਦੇ ਹਾਂ, ਰੋਂਦੇ ਕਰਲਾਉਂਦੇ, ਸਾਥੋਂ ਉਹ ਵੀ ਨਹੀਂ ਹੁੰਦੇ। ਅਤੇ ਇਹ ਝੂਠ ਹੀ ਬੋਲੀ ਜਾਂਦੇ ਆ। ਨਹੀਂ ਪਿਆਰਿਓ, ਇਹ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ, ਜਿਨ੍ਹਾਂ ਤੋਂ ਸਤਿਗੁਰੂ ਕਰਾਉਣ। ਇਹ ਤਰਕ ਕਰਨ ਦੀ ਥਾਂ ਸਾਨੂੰ ਵੀ ਸਗੋਂ ਬੇਨਤੀ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਕਲਗੀਧਰ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀਓ, ਮਹਾਰਾਜ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਤੁਹਾਡੇ ਘਰ ਮਹਾਰਾਜ ਕੀ ਨਹੀਂ ਹੈ। ਆਪ ਜੀ ਦੇ ਘਰ ਭੰਡਾਰੇ ਭਰੇ ਆ। ਆਪ ਜੀ ਕਿਰਪਾ ਕਰਕੇ ਜਿਵੇਂ ਉਹਨਾਂ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ ਆਪ ਜੀ ਨੇ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਔਰ ਬਖਸ਼ਿਸ਼ ਕੀਤੇ ਆ, ਸਾਡੇ 'ਤੇ ਵੀ ਬਖਸ਼ਿਸ਼ ਕਰੋ। ਅਸੀਂ ਵੀ ਆਪ ਜੀ ਦੀ ਪਾਵਨ ਬਾਣੀ ਪੜ੍ਹੀਏ, ਨਾਮ ਸਿਮਰਨ ਕਰਿਆ ਕਰੀਏ। ਸੋ ਗੁਰੂ ਪ੍ਰੇਮੀਓ,
ਜਥੇ ਦੇ ਸਿੰਘਾਂ ਦਾ ਬਹੁਤ ਹੀ ਪਿਆਰ ਸਤਿਕਾਰ ਮਹਾਂਪੁਰਖ ਕਰਿਆ ਕਰਦੇ। ਸੋ ਕਈ ਵਾਰ ਛੋਟੇ ਭੁਜੰਗੀਆਂ ਨੂੰ ਆਪ ਕੇਸੀ ਨਵਾਉਣਾ, ਉਹਨਾਂ ਨੂੰ ਦਹੀਂ ਪਾ ਕਰਕੇ ਇਸ ਤਰ੍ਹਾਂ ਕੇਸੀ ਇਸ਼ਨਾਨ ਕਰਾ ਕੇ ਸੋ ਇਸ ਸਿਰ ਦੀ ਮਾਲਿਸ਼ ਕਰਨੀ, ਹੋਰ ਬਹੁਤ ਹੀ ਪ੍ਰੇਮ ਕਰਾਉਂਦੇ, ਜਿਨ੍ਹਾਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਲਡਾਉਂਦੇ ਇਸ ਪ੍ਰਕਾਰ। ਸੋ ਇੱਕ ਵਾਰ ਭਾਈ ਗਿਆਨ ਸਿੰਘ ਜੀ ਦੇ ਘਰ ਸੋ ਮਲਸੀਹਾਂ ਵਿਖੇ ਨਗਰ ਵਿਖੇ ਜਥੇ ਦਾ ਪੜਾਅ ਸੀ। ਦਾਸ ਮਹਾਂ ਵੱਡੇ ਮਹਾਂਪੁਰਖਾਂ ਦੇ ਨਾਲ ਸੱਚਖੰਡ ਵਾਸੀ ਸ਼੍ਰੀ ਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ, ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੇ ਨਾਲ ਉਹ ਗੁਰਮੁਖਾਂ ਦੇ ਘਰ ਗਏ ਸੀ। ਉਦੋਂ ਉਹਨਾਂ ਬਚਨ ਸੁਣਾਇਆ, ਕਹਿੰਦੇ ਜੀ ਇੱਕ ਸਿੰਘ ਨੇ ਕੋਈ ਛੋਟੀ ਜਿਹੀ ਗਲਤੀ ਭੁਜੰਗੀ ਨੇ ਕੀਤੀ ਤੇ ਮੈਂ ਮਨ ਦੇ ਵਿੱਚ ਹੀ ਵਿਚਾਰਿਆ ਕਿ ਇਹ ਕਿੱਦਾਂ ਦੇ ਆ, ਮਹਾਂਪੁਰਖਾਂ ਨੇ ਆ ਸਿੰਘ ਕਿੱਦਾਂ ਦਾ ਰੱਖਿਆ। ਐਡਾ ਮਹਾਨ ਜਥਾ ਹੈ ਮਹਾਂਪੁਰਖਾਂ ਦਾ, ਪ੍ਰਚਾਰ ਮਹਾਂਪੁਰਖ ਐਡਾ ਹੀ ਭਾਰੀ ਬਖਸ਼ਿਸ਼ ਨਾਲ ਗੁਰੂ ਦੀ ਨਾਲ ਕਰ ਰਹੇ ਆ। ਬੱਚੇ ਛੋਟੇ ਜਿਹੜੇ ਆ ਕੀ ਕਰ ਰਹੇ ਆ, ਕੋਈ ਛੋਟੀ ਜਿਹੀ ਗੱਲ ਦੀ ਸੀ, ਕੋਈ ਵਜਰ ਕ੍ਰਿਆਤ ਨਹੀਂ ਸੀ। ਭਾਈ ਗਿਆਨ ਸਿੰਘ ਜੀ ਕਹਿਣ ਲੱਗੇ, ਮੈਂ ਮਨ ਵਿੱਚ ਹੀ ਵਿਚਾਰਿਆ ਤਾਂ ਮਹਾਂਪੁਰਖ ਅੰਤਰਜਾਮੀ ਮਹਾਂਪੁਰਖਾਂ ਨੇ ਭਾਈ ਗਿਆਨ ਸਿੰਘ ਜੀ ਨੂੰ ਕਹਿਣਾ ਕੀਤਾ ਕਿ ਪ੍ਰੇਮੀਆਂ ਗੁਰਮੁਖੋ, ਇਹ ਸਾਰੇ ਬ੍ਰਹਮ ਗਿਆਨੀ ਨਹੀਂ ਹਨ। ਜਥੇ ਦੇ ਵਿੱਚ ਇਹ ਵਿਗੜੇ ਜਿਹੜੇ ਆ ਉਹਨਾਂ ਨੂੰ ਅਸੀਂ ਰੱਖਦੇ ਹਾਂ ਸੁਧਾਰਨ ਵਾਸਤੇ। ਇਹ ਮਤਾ ਜਾਣੋ ਕਿ ਵਿਗੜੇ ਆ ਤੇ ਇਹਨਾਂ ਨੂੰ ਕਿਉਂ ਰੱਖਿਆ। ਇਹ ਗੁਰੂ ਦੀ ਸੰਗਤ ਵਿੱਚ ਵਿਗੜੇ ਤਿਗੜੇ ਵੀ ਆ ਕਰਕੇ ਜੋ ਪ੍ਰਾਣੀ ਕਾਹੂ ਨਾ ਆਵਤ ਕਾਮ, ਸੰਤ ਕਿਰਪਾ ਤੇ ਤਾ ਕੋ ਜਪੀਐ ਨਾਮ। ਭਾਈ ਦਲਬੀਰ ਸਿੰਘ ਜੀ ਅਭਿਆਸੀ ਗੁਰੂ ਕੇ ਪਿਆਰਿਓ ਗੁਰਮੁਖ ਮਹਾਂਪੁਰਖ, ਜਿਨ੍ਹਾਂ ਨੇ ਫਿਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਪਾਸ ਰਹਿ ਕੇ ਬੜੀ ਭਾਰੀ ਘਾਲ ਕਮਾਈ ਕੀਤੀ। ਅਭਿਆਸੀ ਉਹਨਾਂ ਨੂੰ ਕਿਹਾ ਕਰਦੇ ਸੀ, ਪਰ ਉਹਨਾਂ ਦਾ ਪਹਿਲਾ ਜੀਵਨ ਇਹੋ ਜਿਹਾ ਸੀ, ਨਸ਼ੇ ਆਦਿਕ ਵਰਤਿਆ ਕਰਦੇ ਸਨ, ਵਿਗੜਿਆ ਹੋਇਆ ਜੀਵਨ ਸੀ। ਪਰ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕਰਕੇ ਵੇਖੋ ਉਹ ਮਹਾਂਪੁਰਖ ਬਣ ਗਏ। ਭਾਈ ਦਲਬੀਰ ਸਿੰਘ ਜੀ ਅਭਿਆਸੀ ਇਕੱਲੇ ਨਹੀਂ, ਮਹਾਂਪੁਰਖਾਂ ਨੇ ਸੈਂਕੜਿਆਂ ਨੂੰ, ਹਜ਼ਾਰਾਂ ਨੂੰ, ਲੱਖਾਂ ਪ੍ਰਾਣੀਆਂ ਨੂੰ ਗੁਰੂ ਕੇ ਪਿਆਰੇ ਉਤਾਰਿਆ, ਗੁਰੂ ਕੇ ਚਰਨੀ ਲਾ ਕਰਕੇ, ਗੁਰੂ ਕੇ ਇਹ ਗੁਰਸਿੱਖੀ ਦੇ ਜਹਾਜ਼ ਤੇ ਚੜਾ ਕਰਕੇ ਔਰ ਮਹਾਂਪੁਰਖਾਂ ਦੀ ਸੰਗਤ ਕਰਕੇ ਕਮਾਈ ਕਰਕੇ ਸੈਂਕੜੇ ਮਹਾਂਪੁਰਖ ਬਣ ਗਏ। ਸੋ ਇਹੋ ਜਿਹੇ ਮਹਾਂਪੁਰਖ ਗੁਰੂ ਪਿਆਰਿਓ 3 ਅਗਸਤ ਨੂੰ ਇਸੇ ਮਲਸੀਹਾਂ ਨਗਰ ਤੋਂ ਜਦੋਂ ਮਹਾਂਪੁਰਖ ਸੋਲਨ ਵਾਸਤੇ ਨਗਰ ਨੂੰ ਜਾਣਾ ਸੀ, ਸੋਲਨ ਪ੍ਰਚਾਰ ਕਰਨਾ ਸ਼ਿਮਲੇ ਵੱਲ ਹਿਮਾਚਲ ਵਿੱਚ, ਸੋ ਜਿਸ ਸਮੇਂ ਰਾਗੀ ਸਿੰਘ ਕੀਰਤਨ ਕਰ ਰਹੇ ਸੀ ਇਹ ਮਲਸੀਆਂ ਨਗਰ ਵਿੱਚ, ਗੁਰੂ ਪਿਆਰਿਓ ਮਹਾਂਪੁਰਖਾਂ ਨੇ ਕਹਿੰਦੇ ਕਹਿ ਕਰਕੇ ਸ਼ਬਦ ਪੜਾਇਆ, ਨਦੀਆਂ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ। ਔਰ ਜਦੋਂ ਉੱਥੋਂ ਚੱਲਣ ਲੱਗੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਿਲੇ। ਮਹਾਂਪੁਰਖਾਂ ਨੇ ਕਿਹਾ ਚਲੀਏ ਮਹਾਂਪੁਰਖੋ, ਤਾਂ ਉਸ ਸਮੇਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿਣ ਲੱਗੇ ਕਿ ਆਪ ਜੀ ਚੱਲੋ, ਸਾਨੂੰ ਅਜੇ ਹੁਕਮ ਨਹੀਂ ਹੈ।
ਭਾਵ ਉਹ ਮਹਾਂਪੁਰਖਾਂ ਨੇ ਇਹ ਜਾਣਦੇ ਸੀ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ, ਕਿ ਮਹਾਂਪੁਰਖਾਂ ਨੇ ਅੱਜ ਭਾਣਾ ਵਰਤਾਉਣਾ ਹੈ। ਹੁਣ ਉੱਥੋਂ ਚਾਲੇ ਪਾ ਕੇ ਲੁਧਿਆਣੇ ਦੇ ਨੇੜੇ ਆ ਕੇ ਮਹਾਂਪੁਰਖਾਂ ਨੇ ਪਿਛਲੀ ਸੀਟ ਤੋਂ ਸੇਵਾਦਾਰ ਨੂੰ, ਸਿੰਘ ਨੂੰ ਉਠਾ ਕਰਕੇ ਅੱਗੇ ਕੀਤਾ। ਔਰ ਗੁਰੂ ਪ੍ਰੇਮੀਓ, ਸੋ ਥੋੜ੍ਹੀ ਜਿਹੀ ਅੱਗੇ ਤੁਰੇ। ਡਰਾਈਵਰ ਸਿੰਘ ਜੋ ਸੀ ਉਹਨੇ ਅੱਗੇ ਜਾਂਦੇ ਹੋਏ ਟਰੱਕ ਨੂੰ ਪਾਸ ਕਰਨਾ ਚਾਹਿਆ। ਜਦੋਂ ਪਾਸ ਕਰਨ ਲੱਗੇ ਤਾਂ ਥੋੜ੍ਹਾ ਤੇਜ਼ ਕੀਤਾ ਮਹਾਂਪੁਰਖਾਂ ਵਾਲੀ ਕਾਰ ਨੂੰ। ਜਦੋਂ ਕਾਰ ਤੇਜ਼ ਕੀਤੀ ਤਾਂ ਮੀਂਹ ਪੈਣ ਦੇ ਨਾਲ, ਵਰਖਾ ਹੋਣ ਦੇ ਨਾਲ ਤਿਲਕਣ ਬਣੀ ਹੋਈ ਸੀ। ਅੱਗੋਂ ਵੀ ਇੱਕ ਗੱਡੀ ਆਈ, ਜਿਸ ਕਰਕੇ ਛੇਤੀ ਨਾਲ ਥੋੜ੍ਹੀ ਤੇਜ਼ ਕਰਕੇ ਇਹ ਕਾਰ ਪਾਸ ਕਰਨੀ ਚਾਹੀ। ਤੇਜ਼ ਹੋਣ ਤੋਂ ਜਦੋਂ ਅੱਗੇ ਕੱਟੀ, ਆਪਣੇ ਹੱਥ ਕੀਤੀ ਤਾਂ ਗੁਰੂ ਪਿਆਰਿਓ ਉੱਥੋਂ ਡਰਾਈਵਰ ਕੋਲੋਂ ਕਾਰ ਸੰਭਾਲੀ ਨਾ ਗਈ, ਜਿਸ ਕਰਕੇ ਮਹਾਂਪੁਰਖਾਂ ਦੀ ਕਾਰ ਦਾ ਬਹੁਤ ਜ਼ਬਰਦਸਤ ਐਕਸੀਡੈਂਟ ਹੋ ਗਿਆ। ਬਾਕੀ ਕਿਸੇ ਸਿੰਘ ਨੂੰ ਕੋਈ ਸੱਟ ਨਹੀਂ ਲੱਗੀ, ਪਰ ਮਹਾਂਪੁਰਖ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਏ। ਮਹਾਂਪੁਰਖਾਂ ਨੇ ਆਗਿਆ ਕੀਤੀ ਕਿ ਸਾਡੇ ਸਰੀਰ ਨੂੰ ਮਹਿਤੇ ਵਿਖੇ ਲਿਜਾਇਆ ਜਾਵੇ, ਪਰ ਸਿੰਘਾਂ ਨੇ ਮਨ ਵਿੱਚ ਵਿਚਾਰਿਆ ਕਿ ਮਹਾਂਪੁਰਖਾਂ ਦਾ ਸਰੀਰ ਗੰਭੀਰ ਜ਼ਖਮੀ ਹੈ ਔਰ ਸਰੀਰ ਦੀ ਦਰੁਸਤੀ ਵਾਸਤੇ, ਅਰੋਗਤਾ ਵਾਸਤੇ, ਤੰਦਰੁਸਤੀ ਵਾਸਤੇ ਲੁਧਿਆਣੇ ਦੇ ਮਿਸ ਬਰਾਊਨ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। 13 ਦਿਨ ਮਹਾਂਪੁਰਖ ਉੱਥੇ ਹਸਪਤਾਲ ਵਿੱਚ ਰਹੇ। ਸੋ ਗੁਰੂ ਪ੍ਰੇਮੀਓ, ਜਿਹਨੂੰ ਇਹ ਜੋ ਖਬਰ ਸੀ ਸਾਰੇ ਪੰਜਾਬ ਵਿੱਚ, ਸਾਰੀ ਸੰਗਤ ਵਿੱਚ ਜੰਗਲ ਦੀ ਅੱਗ ਦੇ ਵਾਂਗ ਫੈਲ ਗਈ। ਸਾਰੇ ਹੀ ਵਹੀਰਾਂ ਕੱਤ ਕੇ ਸੰਗਤ ਨੇ ਲੁਧਿਆਣੇ ਨੂੰ ਚਾਲੇ ਪਾ ਦਿੱਤੇ ਔਰ ਬੜੀ ਭਾਰੀ ਗਿਣਤੀ ਵਿੱਚ ਸੰਗਤਾਂ ਸਾਰੀਆਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਣ ਲੱਗੀਆਂ। ਹਾਲ ਚਾਲ ਪੁੱਛਦੇ ਆ, ਉਦਾਸੀ ਮਨ ਵਿੱਚ ਛਾਈ ਹੈ ਕਿ ਮਹਾਂਪੁਰਖਾਂ ਨੇ ਇੰਨਾ ਭਾਰੀ ਕੌਮ ਦਾ, ਸਿੱਖੀ ਦਾ ਪ੍ਰਚਾਰ ਕੀਤਾ ਹੈ, ਜੇ ਇਹਨਾਂ ਦੇ ਸਰੀਰ ਨੂੰ ਕੁਝ ਹੋ ਗਿਆ ਤੇ ਕੌਮ ਦਾ ਕੀ ਬਣੇਗਾ। ਇਸ ਪ੍ਰਕਾਰ ਜਿਹੜਾ ਵੀ ਮਨ ਵਿੱਚ ਉਦਾਸੀ ਚਿਹਰਿਆਂ 'ਤੇ, ਕਿਉਂਕਿ ਪ੍ਰੇਮੀ ਪੁੱਛਦੇ ਆ, ਜਿਹੜਾ ਵੀ ਕੋਈ ਦਰਸ਼ਨ ਕਰਕੇ ਆਉਂਦਾ ਉਹਨੂੰ ਪੁੱਛਦੇ ਆ ਕੀ ਹਾਲ ਆ ਖਾਲਸਾ ਜੀ ਦਾ, ਮਹਾਂਪੁਰਖਾਂ ਦਾ ਹੁਣ ਸਰੀਰ ਕਿਵੇਂ ਹੈ। ਇਸ ਪ੍ਰਕਾਰ ਸੋ ਚੌਪਈ ਸਾਹਿਬ ਜੀ ਦੇ ਪਾਠ, ਇਸੇ ਤਰ੍ਹਾਂ ਜਪਜੀ ਸਾਹਿਬ ਜੀ ਦੇ ਪਾਠ, ਹੋਰ ਅਖੰਡ ਪਾਠ ਸਾਹਿਬ, ਸਹਿਜ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ। ਪਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਟਲ ਪਾਣਾ, ਵਾਹਿਗੁਰੂ ਜੀ ਦੀ ਰਜ਼ਾ ਨੂੰ ਮੰਨਦਿਆਂ ਹੋਇਆਂ ਗੁਰੂ ਕੇ ਪਿਆਰਿਓ ਮਹਾਂਪੁਰਖਾਂ ਨੇ ਇਸ ਪ੍ਰਕਾਰ ਸਰੀਰ ਜੋ ਸੀ ਪਰਮੇਸ਼ਰ ਦੇ ਪਾਣੀ ਵਿੱਚ ਰਹਿ ਕਰਕੇ 1 ਭਾਦਰੋਂ ਵਾਲੇ ਦਿਨ 16 ਅਗਸਤ ਬਣਦੀ ਸੀ। ਸੋ ਆਪਣੀ ਇਹ ਜੋ ਪੰਜ ਭੂਤਕ ਸਰੀਰ ਨੂੰ ਤਿਆਗ ਕਰਕੇ, ਦੇਹੀ ਨੂੰ ਤਿਆਗ ਕੇ, ਇਹ ਪਰਤਕ ਜੋਤ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੀ, ਅਕਾਲ ਪੁਰਖ ਜੀ ਦੀ ਅਦਵੈਤ ਆਨੰਦ ਜੋਤ ਦੇ ਵਿੱਚ ਮਿਲਾ ਲਿਆ।
ज्योति जोत मिली संपूर्ण थिया राम। गुरु प्रेमियों, जिन्ने दिन महापुरख सो हस्पताल रहे, संत ज्ञानी जरनैल सिंह जी खालसा पिंडरां वाले विद्यार्थी रूप विच सन और संतां ने, संत करतार सिंह जी महापुरखा ने कथा करदियां भी कई बारी कोई नितनेमी ਜਾਂ ਰਹਿਤ ਦੇ ਧਾਰਨੀ ਜਾਂ ਗੁਰਮੁਖ ਪਰਪੱਕ ਜੀਵਨ ਵਾਲੇ ਦੀ ਉਦਾਹਰਣ ਦੇਣੀ ਤਾਂ ਮਹਾਂਪੁਰਖਾਂ ਦੇ ਵੱਲ ਇਸ਼ਾਰਾ ਕਰ ਦੇਣਾ ਕਿ ਅਭਿਆਸੀ ਸਿੰਘ ਜਿਵੇਂ ਜਰਨੈਲ ਸਿੰਘ ਹੈ। ਇਸ ਕਰਕੇ ਜਥੇ ਵਿੱਚ ਤੇ ਜਥੇ ਦੇ ਨਾਲ ਸੰਬੰਧਿਤ ਸੰਗਤਾਂ ਵਿੱਚ ਵੀ ਜੋ ਅਭਿਆਸੀ ਭਾਵ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਬਹੁਤ ਸਤਿਕਾਰ ਸੀ। ਨਾਲ ਸੰਤ ਗਿਆਨੀ ਕਰਤਾਰ ਸਿੰਘ ਜੀ ਦੀ ਸੰਗਤ ਕਰਨ ਵਾਲੇ ਗੁਰਮੁਖਾਂ ਨੇ ਦੱਸਿਆ ਹੈ ਕਿ ਹੋਰ ਕਿਸੇ ਸਿੰਘ ਦੀ ਇਹ ਹਿੰਮਤ ਨਹੀਂ ਸੀ ਕਿ ਮਹਾਂਪੁਰਖਾਂ ਦੇ ਪਾਸ ਨੇੜੇ ਬਹੁਤਾ ਹੋ ਸਕੇ, ਪਰ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਬਹੁਤੇ ਅਤਿਅੰਤ ਨੇੜੇ ਸਨ। ਔਰ ਗੁਰੂ ਪਿਆਰਿਓ, ਇਹਨਾਂ ਦਿਨਾਂ ਵਿੱਚ ਵੀ ਤੇਰਾਂ ਦਿਨ ਹੀ ਮਹਾਂਪੁਰਖਾਂ ਦੇ ਪਾਸ ਰਹਿ ਕੇ ਗੁਰਬਾਣੀ ਸੁਣਾਉਂਦੇ ਰਹੇ, ਹੋਰ ਜੋ ਸੇਵਾ ਸੀ ਸਰੀਰ ਦੀ ਸੰਭਾਲ ਦੀ ਕਰਦੇ ਰਹੇ। ਇਸ ਪ੍ਰਕਾਰ ਧੰਨ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਗੁਰੂ ਕੇ ਪਿਆਰਿਓ ਧੰਨ ਗੁਰੂ ਕਲਗੀਧਰ ਗਰੀਬ ਨਵਾਜ ਜੀ ਦੀ ਲਾਈ ਹੋਈ ਸੇਵਾ ਜੋ ਸੀ, ਇਹ ਗੁਰਸਿੱਖੀ ਦੇ ਪ੍ਰਚਾਰ ਦੀ ਇਹ ਕਰਦਿਆਂ ਹੋਇਆਂ ਸੰਗਤਾਂ ਨੂੰ ਗੁਰੂ ਦੇ ਲੜ ਲਾਉਂਦਿਆਂ ਸਤਿਗੁਰੂ ਚਰਨਾਂ ਨਾਲ ਜੋੜਦਿਆਂ, ਸੋ ਅੱਜ ਦੇ ਦਿਨ 1 ਭਾਦਰੋਂ ਨੂੰ ਸਰੀਰ ਤਿਆਗਿਆ ਸੀ। ਮਹਾਂਪੁਰਖਾਂ ਦੇ ਪਾਵਨ ਸਰੀਰ ਦਾ ਸੰਸਕਾਰ ਸੋ ਮਹਿਤਾ ਸਾਹਿਬ ਗੁਰਦਰਸ਼ਨ ਪ੍ਰਕਾਸ਼ ਗੁਰਦੁਆਰਾ ਸਾਹਿਬ ਜੋ ਦਮਦਮੀ ਟਕਸਾਲ ਦਾ ਸਥਾਨ ਹੈ, ਇਸ ਸਥਾਨ 'ਤੇ ਲਿਆ ਕੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਦੇ ਪਾਸ ਗੁਰਦੁਆਰਾ ਸਾਹਿਬ ਜੀ ਦੀ ਹਦੂਦ ਵਿੱਚ ਛੋਟਾ ਨਿਸ਼ਾਨ ਸਾਹਿਬ ਹੈ, ਇਸ ਸਥਾਨ 'ਤੇ ਮਹਾਂਪੁਰਖਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ। ਸੋ ਦੇਸ਼ਾਂ ਵਿਦੇਸ਼ਾਂ ਤੋਂ ਸੋ ਸਾਰੀਆਂ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗਾ ਔਰ ਭਾਰੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਪਹੁੰਚੀਆਂ। ਗੁਰੂ ਕੇ ਪਿਆਰਿਓ, ਸਾਰੇ ਸਿੱਖ ਪੰਥ ਦੇ ਜਿੰਨੇ ਵੀ ਜਥੇਬੰਦੀਆਂ ਮਹਾਂਪੁਰਖ ਹਨ ਪਹੁੰਚੇ, ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਵਜ਼ਾਰਤ ਸਾਰੀ ਪਹੁੰਚੀ। ਉਸ ਸਮੇਂ ਮਹਾਂਪੁਰਖਾਂ ਦੇ ਸੋ ਭੋਗ ਦੇ ਸਮਾਗਮ 'ਤੇ ਦੁਸ਼ਹਿਰੇ ਦੇ ਸਮਾਗਮ 'ਤੇ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਵੱਲੋਂ ਪਹਿਲਾਂ ਹੀ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਨੂੰ ਟਕਸਾਲ ਦੀ ਜੋ ਸਾਰੇ ਜਥੇ ਸੰਗਤ ਦੀ ਸਹਿਮਤੀ ਨਾਲ ਜੋ ਸੇਵਾ ਇਹ ਮਹਾਂਪੁਰਖਾਂ ਦੇ ਜੁੰਮੇ ਲਾਈ ਗਈ। ਸੋ ਦੁਸ਼ਹਿਰੇ ਵਾਲੇ ਦਿਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੂੰ ਇਸ ਪ੍ਰਕਾਰ ਇਹ ਗੁਰੂ ਕੇ ਪਿਆਰਿਓ ਜੋ ਸੇਵਾ ਸੀ ਦਸਤਾਰਬੰਦੀ ਦੀ ਟਕਸਾਲ ਦੀ ਸੇਵਾ ਦੀ ਜੋ ਦਸਤਾਰਬੰਦੀ ਕੀਤੀ ਗਈ। ਧੰਨ ਹਨ ਉਹ ਮਹਾਂਪੁਰਖ ਗੁਰੂ ਕੇ ਪਿਆਰਿਓ, ਇਹੋ ਜਿਹੇ ਮਹਾਂਪੁਰਖ ਵਿਰਲੇ ਹੁੰਦੇ ਹਨ। ਸੋ ਸਾਰ ਕਤਾਵਲੀ ਦੇ ਕਰਤਾ ਕਵੀ ਹਰਦਿਆਲ ਜੀ ਲਿਖਦੇ ਹਨ ਕਿ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਹ ਤਰ ਕੋਇਕ ਕਹੂੰ ਜਿਹ ਆਸ਼ਰਿਸ਼ ਕਰਿੰਦ
बन बन में बन चरण के वास योग बहु बृक्ष। ਕਹਿੰਦੇ ਉਹ ਬ੍ਰਿਸ਼ ਉਹ ਦਰਖਤ ਕੋਈ ਕਿਤੇ ਵਿਰਲਾ ਹੀ ਹੁੰਦਾ ਹੈ ਜਿਸ ਦਰਖਤ ਦੇ ਨਾਲ ਹਾਥੀ ਬੰਨ੍ਹਿਆ ਜਾ ਸਕੇ। ਬਾਕੀ ਜੋ ਜੰਗਲਾਂ ਦੇ ਵਿੱਚ ਜੰਗਲਾਂ ਦੇ ਵਿੱਚ ਬਾਂਦਰਾਂ ਦੇ ਟਪੂਸਣੀਆਂ ਮਾਰਨ ਨੂੰ ਤਾਂ ਬਥੇਰੇ ਦਰਖਤ ਹੁੰਦੇ ਆ, ਪਰ ਜਿਸ ਦਰਖਤ ਦੇ ਨਾਲ ਜਿਸ ਹਾਥੀ ਬੰਨ੍ਹਿਆ ਜਾ ਸਕੇ, ਹਾਥੀ ਜਿਸ ਦੇ ਆਸਰੇ ਰਹੇ, ਉਹ ਦਰਖਤ ਕੋਈ ਵਿਰਲੇ ਹੁੰਦੇ ਆ। ਇਸੇ ਤਰ੍ਹਾਂ ਸੋ ਸਾਧੂ ਕੋਈ ਏਕ ਹੈ ਜੋ ਜਨ ਕੇ ਬੰਧਨ ਹਰੇ। ਉਹ ਸਾਧੂ ਮਹਾਤਮਾ, ਉਹ ਮਹਾਂਪੁਰਖ ਪੂਰਨ ਬ੍ਰਹਮ ਗਿਆਨੀ ਕੋਈ ਵਿਰਲਾ ਹੀ ਹੈ ਜਿਹੜਾ ਜੀਵਾਂ ਦੇ ਜੰਮਣ ਮਰਨ ਦੇ ਬੰਧਨਾਂ ਨੂੰ ਨਾਸ਼ ਕਰ ਦੇ। ਇਹ ਹੰਗਤਾ ਮਮਤਾ ਦੇ ਇਹ ਜੋ ਕਰਮਾਂ ਦੇ ਕਰਤਾ ਭੁਗਤਾ ਦੇ ਬੰਧਨਾਂ ਨੂੰ ਨਾਸ਼ ਕਰ ਦੇ, ਉਹੋ ਜਿਹਾ ਮਹਾਂਪੁਰਖ ਕੋਈ ਵਿਰਲਾ ਹੀ ਹੁੰਦਾ। ਬਾਕੀ ਜਿਹੜੇ ਕਰਮ ਕਿਰਿਆ ਵਿੱਚ ਜੋੜਨ ਵਾਲੇ, ਕੋਈ ਫਾਂਡੇ ਕਰਤੇ, ਕੋਈ ਤਾਪ ਹਟਾਤਾ, ਕੋਈ ਸੋ ਦਾੜ ਪੀੜ ਹਟਾਤੀ, ਇਹੋ ਜਿਹੇ ਕਰਨ ਵਾਲੇ ਤਾਂ ਬਥੇਰੇ ਮਿਲ ਜਾਂਦੇ ਆ। ਪਰ ਜੀਵ ਦੇ ਹਿਰਦੇ ਵਿੱਚੋਂ ਪੰਜੇ ਵਿਕਾਰ ਮਿਟ ਜਾਣ, ਉਹ ਗੁਰੂ ਕੇ ਮਿਟਾ ਦੇਵੇ। ਗੁਰੂ ਕੇ ਪਿਆਰਿਓ, ਆਪ ਮੁਕਤ ਮੋਹਿ ਤਾਰੇ, ਇਹੋ ਜਿਹਾ ਗੁਰਮੁਖ ਕੋਈ ਵਿਰਲਾ ਹੈ। ਨਹੀਂ ਤਾਂ ਚਾਰ ਵਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ। ਸੁੰਦਰ ਸੁਗਰ ਸਰੂਪ ਸਿਆਣੇ, ਪੰਚੋ ਹੀ ਮੋਹਿ ਛਲੀ ਰੇ। ਵੱਡੀ ਕੌਮ ਵਸ ਭਾਗੇ ਨਾਹੀ, ਮੋਹਕਮ ਫੌਜ ਹਠੱਲੀ ਰੇ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਚਨ ਕੀਤੇ ਆ ਕਿ ਚਾਰ ਜਿਹੜੇ ਵਰਨ ਹਨ, ਖਟ ਦਰਸ਼ਨ ਹਨ, ਇਹਨਾਂ ਚੌਹਾਂ ਵਰਨਾਂ ਨੂੰ ਤੇ ਖਟ ਦਰਸ਼ਨਾਂ ਨੂੰ ਸਾਰਿਆਂ ਨੂੰ ਆਪਣੀ ਤਲੀ ਦੇ ਨਾਲ ਮਲ ਸੁੱਟਿਆ। ਇਹ ਵਿਕਾਰਾਂ ਨੇ, ਪੰਜਾਂ ਵਿਕਾਰਾਂ ਨੇ ਮਲ ਸੁੱਟਿਆ, ਸਾਰਿਆਂ ਨੂੰ ਰਗੜਤਾ। ਔਰ ਇਸੇ ਤਰ੍ਹਾਂ ਭਾਵੇਂ ਵੇਖਣ ਨੂੰ ਸੁੰਦਰ ਸਿਆਣੇ ਲੱਗਦੇ ਆ, ਬੜੇ ਸਰੂਪਵਾਨ ਆ, ਬਹੁਤ ਹੀ ਵਿਦਵਾਨ ਹਨ, ਪਰ ਇਹਨਾਂ ਖੱਟ ਦਰਸ਼ਨਾਂ ਨੂੰ ਵੀ ਛੜ ਲਿਆ, ਮੋਹ ਲਿਆ ਵਿਕਾਰਾਂ ਨੇ। ਜਿਹਨੇ ਪੰਜ ਸੂਰਵੀਰਾਂ ਨੂੰ ਇਹਨਾਂ ਨੂੰ ਮਾਰਿਆ, ਉਹ ਕੌਣ ਹੈ ਭਾਈ? ਇਹੋ ਜਿਹਾ ਕਿਹੜਾ ਸੂਰਵੀਰ ਹੈ ਇਹਨਾਂ ਪੰਜਾਂ ਵੈਰੀਆਂ ਨੂੰ ਜਿਹਨੇ ਮਾਰ ਲਿਆ? ਕਹਿੰਦੇ ਜਿਹਨੇ ਮਾਰ ਕੇ ਇਹਨਾਂ ਨੂੰ ਦੂਰ ਸੁੱਟਤਾ, ਉਹ ਪੂਰਾ ਹੀ ਆ ਭਾਈ, ਪੂਰੇ ਨਾਲ ਮਿਲ ਕੇ ਪੂਰਾ ਹੋ ਗਿਆ। ਉਹਦੇ ਬਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ, ਧੰਨ 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 ਜਨ ਆਇਆ, ਜਿਹ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕਿਆ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਇਹੋ ਜਿਹੇ ਮਹਾਂਪੁਰਖਾਂ ਨੂੰ ਸਦਾ ਨਮਸਕਾਰ ਹੈ, ਕਿਉਂਕਿ ਗੁਰਮੁਖਾਂ ਦਾ, ਮਹਾਂਪੁਰਖਾਂ ਦਾ ਆਉਣ ਦਾ ਪ੍ਰਯੋਜਨ ਹੀ ਇਹ ਹੈ ਕਿ ਜਿਹੜੇ ਜੀਵ ਵਿਚਾਰੇ 84 ਲੱਖ ਜੂਨ ਵਿੱਚ ਭਟਕਦੇ ਫਿਰਦੇ ਆ, ਇਹ ਮਾਇਆ ਦੇ ਛਲੇ ਹਨ। ਜਿਹੜੇ ਜੀਵ ਤ੍ਰਿਸ਼ਨਾ ਰੂਪੀ ਅੱਗ ਨਾਲ ਸੜ ਰਹੇ ਹਨ, ਉਹਨਾਂ ਨੂੰ ਗੁਰੂ ਕੇ ਪਿਆਰਿਓ, ਜੋ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਰਹੇ ਹਨ, ਉਹਨਾਂ ਨੂੰ ਗੁਰੂ ਕੇ ਚਰਨਾਂ ਨਾਲ ਲਾ ਕਰਕੇ, ਨਾਮ ਬਾਣੀ ਨਾਲ ਜੋੜ ਕਰਕੇ, ਕਿਉਂਕਿ ਜਨ ਆਵਨ ਕਾ ਇਹ ਸੁਆਓ, ਜਨ ਕਾ ਸੰਗ ਚਿਤ ਆਵੇ ਨਾਉ। ਪਰਮੇਸ਼ਰ ਦਾ ਨਾਮ ਚੇਤੇ ਆਵੇ, ਇਹ ਮਹਾਂਪੁਰਖਾਂ ਦੇ ਆਉਣ ਦਾ ਸੰਸਾਰ ਵਿੱਚ ਪ੍ਰਯੋਜਨ ਹੈ। ਬਾਕੀ ਹੋਰ ਕੋਈ ਪ੍ਰਯੋਜਨ ਨਹੀਂ ਕਿ ਕਿਸੇ ਨੂੰ ਮੰਤਰ ਸਿਖਾ ਦਿਓ ਕਿ ਕਿਸੇ ਦੀ ਸਿਰ ਪੀੜ ਹਟਾ ਦੇ,
ਕਿਸੇ ਨੂੰ ਮੰਤਰ ਸਿਖਾ ਦਿਓ ਕਿ ਤੇਰੇ ਘਰ ਆਹ ਮੰਤਰ ਪੜ੍ਹੇਗਾ ਤੇ ਇੰਨੀ ਮਾਇਆ ਆ ਜਾਏਗੀ। ਨਹੀਂ, ਗੁਰੂ ਕੇ ਸਿੱਖ, ਗੁਰੂ ਕੇ ਮਹਾਂਪੁਰਖ ਇਹ ਸਾਰੀਆਂ ਇੱਛਾਵਾਂ ਤੋਂ ਰਹਿਤ ਹੋ ਜਾਂਦੇ ਆ, ਸਾਰੀਆਂ ਭੁੱਖਾਂ ਉਹਨਾਂ ਦੀਆਂ ਮਿਟ ਜਾਂਦੀਆਂ ਹਨ। ਇੱਕ ਭੁੱਖ ਰਹਿ ਜਾਂਦੀ ਨਾਮ ਦੀ, ਉਹ ਨਾਮ ਹੀ ਜਪਦੇ ਤਗੜੇ ਹੋ ਕਰਕੇ। ਬਾਕੀ ਸਾਰੇ ਕਾਰਜ ਗੁਰੂ ਕੇ ਪਿਆਰਿਓ ਸਤਿਗੁਰੂ ਉਹਨਾਂ ਦੇ ਆਪ ਕਰਦੇ ਆ, ਮਿਹਰ ਕਰਕੇ, ਰਹਿਮਤ ਕਰਕੇ। ਔਰ ਕੋਈ ਕਿਸੇ ਰਿੱਧੀ ਸਿੱਧੀ ਦੀ ਵੀ ਗੁਰਮੁਖ ਪਿਆਰੇ ਗੁਰਸਿੱਖ ਨੂੰ ਕੋਈ ਚਾਹ ਨਹੀਂ ਰਹਿ ਜਾਂਦੀ, ਇੱਛਾ ਨਹੀਂ ਰਹਿ ਜਾਂਦੀ, ਕਿਉਂਕਿ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹ ਰਿੱਧੀਆਂ ਸਿੱਧੀਆਂ ਸਗੋਂ ਪਰਮੇਸ਼ਰ ਦੇ ਆਨੰਦ ਤੋਂ ਭੁਲਾਉਂਦੀਆਂ, ਇਸ ਕਰਕੇ ਛੱਡ ਦਿੰਦੇ ਆ ਗੁਰੂ ਕੇ ਸਿੱਖ ਮਹਾਂਪੁਰਖ। ਸੋ ਇਹੋ ਜਿਹੇ ਧੰਨ ਮਹਾਂਪੁਰਖ ਸਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਆਓ ਗੁਰੂ ਪਿਆਰਿਓ, ਸੋ ਉਹਨਾਂ ਮਹਾਂਪੁਰਖਾਂ ਦੇ ਨੂੰ ਕੋਟਾਨ ਕੋਟ ਨਮਸਕਾਰ ਹੈ, ਉਹਨਾਂ ਦੀ ਕਰਨੀ ਨੂੰ ਕੋਟਾਨ ਕੋਟ ਨਮਸਕਾਰ ਹੈ। ਉਹਨਾਂ ਦਾ ਜੋ ਪ੍ਰੇਮ ਹੈ ਸਤਿਗੁਰੂ ਗਰੀਬ ਨਿਵਾਜ ਜੀ ਨਾਲ, ਜੋ ਉਹਨਾਂ ਨੇ ਕੀਤਾ, ਜੋ ਸਤਿਗੁਰੂਆਂ ਨੇ ਬਖਸ਼ਿਆ, ਉਹਨੂੰ ਨਮਸਕਾਰ ਹੈ। ਗੁਰੂ ਪਿਆਰਿਓ, ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਹੈ, ਧੰਨ ਗੁਰੂ ਗਰੀਬ ਨਿਵਾਜ ਜੀਓ ਕਿਰਪਾ ਕਰਕੇ ਸਾਡੇ 'ਤੇ ਰਹਿਮਤ ਕਰੋ। ਅਸੀਂ ਉਹਨਾਂ ਮਹਾਂਪੁਰਖਾਂ ਵਰਗੇ ਬਣ ਨਹੀਂ ਸਕਦੇ। ਉਹਨਾਂ ਦੀ ਚਰਨ ਧੂੜ ਵੀ ਸਾਨੂੰ ਮਿਲ ਜਾਏ ਤੇ ਅਸੀਂ ਵੱਡਿਆਂ ਭਾਗਾਂ ਵਾਲੇ ਹਾਂ। ਗੁਰੂ ਪਿਆਰਿਓ, ਉਹਨਾਂ ਦੇ ਚਰਨਾਂ ਦੀ ਜੋ ਧੂੜ ਹੈ ਉਹਦੇ ਬਰਾਬਰ ਵੀ ਅਸੀਂ ਨਹੀਂ ਹਾਂ, ਪਰ ਸਤਿਗੁਰੂ ਰਹਿਮਤ ਕਰਕੇ, ਤਰਸ ਕਰਕੇ, ਉਹ ਮਹਾਂਪੁਰਖਾਂ ਦੀ ਜੋ ਕਰਨੀ ਹੈ ਨਾ, ਉਸ ਕਿਰਪਾ ਕਰਕੇ ਜੋ ਉਹਨਾਂ ਨੇ ਪੂਰਨੇ ਪਾਏ ਆ, ਉਹਨਾਂ 'ਤੇ ਚੱਲਣ ਦਾ ਸਾਨੂੰ ਵੀ ਬਲ ਉਦਮ ਬਖਸ਼ਣਾ। ਆਓ ਇਹਨੀਆਂ ਬੇਨਤੀਆਂ ਕਰਦਾ ਦਾਸ, ਜੋ ਮਹੀਨੇ ਦਾ ਸ਼ਬਦ ਹੈ ਨਾ, ਸੰਖੇਪ ਦੇ ਵਿੱਚ ਥੋੜ੍ਹੇ ਅੱਖਰਾਂ ਵਿੱਚ ਹੀ ਆਪਾਂ ਅੱਖਰੀ ਅਰਥੀ ਉਹਦੀ ਵਿਚਾਰ ਕਰਕੇ ਫਿਰ ਫਤਿਹ ਬੁਲਾਵਾਂਗੇ, ਕਿਉਂਕਿ ਗੁਰੂ ਕੇ ਪਿਆਰਿਓ ਫਿਰ ਉਪਰੰਤ ਜੋ ਕਵੀਸ਼ਰ ਸਿੰਘ ਭੁਜੰਗੀ ਸਿੰਘ ਹਨ, ਸੋ ਇਸ ਸਥਾਨ ਦੇ ਹਜ਼ੂਰੀ ਕਵੀਸ਼ਰ ਜਥਿਆਂ ਨੇ ਵੀ ਹਾਜ਼ਰੀ ਭਰਨੀ ਹੈ। ਇਸ ਕਰਕੇ ਸੰਗਤ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੀ ਭਰ ਰਹੀ ਹੈ। ਸੋ ਆਓ ਗੁਰੂ ਪਿਆਰਿਓ, ਆਪਾਂ ਹੁਣ ਸੋ ਮਹੀਨੇ ਦੀ ਜੋ ਹੈ ਕਥਾ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਦੋ ਦੇ ਮਹੀਨੇ ਦੁਆਰਾ ਕਥਨ ਕਰ ਰਹੇ ਹਨ ਕਿ ਭਾਦੋ ਦੇ ਮਹੀਨੇ ਵਿੱਚ ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਦੁਐਤ ਭਾਵ ਵਿੱਚ ਪ੍ਰੇਮ ਲੱਗਾ ਹੈ, ਸਤਿਗੁਰੂ ਜੀ ਫਰਮਾਉਂਦੇ ਹਨ, ਭਰਮ ਭੁਲਾਣੀਆਂ ਉਹ ਦੁਐਤ ਵਿੱਚ ਲੱਗ ਕੇ ਤੇ ਭਰਮ ਵਿੱਚ ਭੁੱਲੀਆਂ ਫਿਰਦੀਆਂ ਹਨ। ਦੂਜੈ ਲੱਗਾ ਹੇਤ, ਜਿਨ੍ਹਾਂ ਦਾ ਭਾ ਦੋਏ ਦੁਐਤ ਭਾਵ ਵਿੱਚ ਪ੍ਰੇਮ ਲੱਗਾ ਹੈ, ਸੋ ਦੂਜਿਆਂ ਨਾਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਹੋਰਨਾਂ ਨਾਲ ਕੋਈ ਕਬਰਾਂ ਨੂੰ ਪੂਜਣ 'ਤੇ ਲੱਗਾ ਹੈ, ਕੋਈ ਮੜੀਆਂ ਮਸਾਣਾਂ ਨੂੰ, ਕੋਈ ਦੇਵੀ ਦੇਵਤਿਆਂ ਦੀ, ਕੋਈ ਪਖੰਡੀਆਂ ਦੀ ਪੂਜਾ ਕਰਦਾ ਹੈ। ਸਤਿਗੁਰੂ ਫਰਮਾਉਂਦੇ ਹਨ, ਉਹ ਭਰਮ ਵਿੱਚ ਭੁੱਲੇ ਫਿਰਦੇ ਆ, ਜੀਵ ਰੂਪੀ ਇਸਤਰੀਆਂ ਫਿਰਦੀਆਂ ਹਨ। ਲੱਖ ਸੀਗਾਰ ਬਣਾਇਆ, ਜਿਵੇਂ ਕੋਈ ਇਸਤਰੀ ਆਪਣੇ ਪਤੀ ਦੀ ਖੁਸ਼ੀ ਲੈਣ ਵਾਸਤੇ ਉਹ ਸ਼ਿੰਗਾਰ ਕਰਦੀ ਹੈ ਸਰੀਰ 'ਤੇ, ਸੋ ਉਹ ਭਾਵੇਂ ਲੱਖਾਂ ਸ਼ਿੰਗਾਰ ਕਰ ਲਵੇ, ਜੇ ਪਤੀ ਦੀ ਆਗਿਆ ਤੋਂ ਮੁਨਕਰ ਹੈ ਤਾਂ ਉਹਦੀ ਖੁਸ਼ੀ ਨਹੀਂ ਲੈ ਸਕਦੀ।
ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦੀ ਆਗਿਆ ਨਹੀਂ ਮੰਨੀ, ਗੁਰੂ ਪਰਮੇਸ਼ਰ ਨਾਲ ਪ੍ਰੇਮ ਨਹੀਂ ਕੀਤਾ, ਉਹ ਭਾਵੇਂ ਲੱਖਾਂ ਹੀ ਸ਼ਿੰਗਾਰ ਕਰ ਲੈਣ, ਭਾਵ ਸਾਧਨਾ ਦੇ ਸ਼ਿੰਗਾਰ ਬਣਾ ਲੈਣ, ਕਈ ਇੰਨੇ ਜਪ ਤਪ ਕੀਤੇ ਆ ਸੰਜਮ ਰੱਖੇ ਆ, ਜਲ ਧਾਰਾ ਕੀਤੀਆਂ, ਸੋ ਹੋਰ ਤਪੱਸਿਆ ਕੀਤੀ ਹੈ, ਤੀਰਥਾਂ ਤੇ ਨਹਾਤੇ ਆ, ਜੋ ਮਰਜ਼ੀ ਕਰ ਲੈਣ, ਸਤਿਗੁਰੂ ਫਰਮਾਉਂਦੇ ਹਨ ਇਹੋ ਜਿਹੇ ਲੱਖਾਂ ਸ਼ਿੰਗਾਰ ਬਣਾ ਲੈਣ, ਕਾਰਜ ਨਾਹੀ ਕੇਤ, ਉਹਨਾਂ ਦਾ ਇਹ ਜਿੰਨੇ ਵੀ ਸ਼ਿੰਗਾਰ ਜਪ ਤਪ ਰੂਪੀ ਕੀਤੇ, ਸਾਧਨਾ ਦਾ ਸ਼ਿੰਗਾਰ ਬਣਾਇਆ, ਕਿਸੇ ਕੰਮ ਨਹੀਂ ਆਉਂਦਾ। ਜਿਤ ਦਿਨ ਦੇਹ ਬਿਨਸਸੀ, ਕਿਉਂਕਿ ਇਹ ਪਾਖੰਡ ਕੀਤੇ ਹਰ ਪੁਰਖ ਨਾ ਭੀਜੈ। ਅਕਾਲ ਪੁਰਖ ਵਾਹਿਗੁਰੂ ਜੀ ਇਹ ਪਖੰਡ ਕੀਤਿਆਂ ਨੂੰ ਨਹੀਂ ਮੰਨਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਹਨ, ਵਿਕਾਰ ਹਨ, ਜਿਨ ਅੰਦਰ ਕਪਟ ਵਿਕਾਰ ਹੈ ਤੇ ਨਾ ਰੋਏ ਕਿਆ ਕੀਜੈ, ਉਹਨਾਂ ਦਾ ਰੋਇਆ ਹੋਇਆ ਕੀ ਮਹਿਣਾ ਰੱਖਦਾ ਹੈ। ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ, ਕਿਉਂਕਿ ਹਰੀ ਕਰਤਾ ਅਕਾਲ ਪੁਰਖ ਵਾਹਿਗੁਰੂ ਸਭ ਕੁਝ ਜਾਣਦਾ, ਕਿ ਇਹ ਬਾਹਰੋਂ ਹੀ ਪਖੰਡ ਕਰਦਾ, ਰੋ ਕੇ ਵਿਖਾ ਰਿਹਾ ਹੈ ਜਾਂ ਭਗਤੀ ਦਾ ਪਖੰਡ ਕਰਦਾ ਹੈ, ਪਰ ਹਿਰਦੇ 'ਚ ਤੇ ਇਹਦੇ ਪਖੰਡ ਜੋ ਕਪਟ ਹਨ ਇਹ ਛਲ ਕਰਦਾ ਹੈ, ਇਹ ਵਿਕਾਰ ਕਰ ਰਿਹਾ, ਭੋਗਦਾ ਹੈ, ਹਿਰਦਾ ਵਿਕਾਰੀ ਹੈ। ਇਸ ਕਰਕੇ ਪਰਮੇਸ਼ਰ ਜੀ ਉਹਨਾਂ ਦੇ ਸਰੀਰ ਨੂੰ, ਹੱਥਾਂ ਪੈਰਾਂ ਨੂੰ ਰੋਗ ਲਾ ਦਿੰਦੇ ਹਨ, ਸਜ਼ਾ ਮਿਲਦੀ ਉਹਨਾਂ ਨੂੰ ਸਗੋਂ। ਪਰ ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ, ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਸ਼ੁੱਧ ਹੈ, ਉਹਨਾਂ ਨੂੰ ਹਰੀ ਦੀ ਭਗਤੀ ਸੱਚੇ ਪਾਤਸ਼ਾਹ ਦੀ ਪ੍ਰਾਪਤ ਹੁੰਦੀ, ਜਿਸ ਕਰਕੇ ਹਰੀ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਫਰਮਾਉਂਦੇ ਹਨ, ਇਹ ਭਾਈ ਇਹਨਾਂ ਦੇ ਲੱਖਾਂ ਬਣਾਏ ਹੋਏ ਸਾਧਨਾ ਰੂਪੀ ਇਹ ਜਿਹੜੇ ਕਾਰਨ ਕਿਸੇ ਸਾਧਨ, ਇਹ ਸ਼ਿੰਗਾਰ ਕਿਸੇ ਕੰਮ ਨਹੀਂ ਹਨ। ਤਿਤ ਵੇਲੇ ਕਹਿਸਨ ਪ੍ਰੇਤ, ਕਿਉਂਕਿ ਜਿਸ ਵੇਲੇ ਸਰੀਰ ਛੁੱਟਿਆ, ਇਹ ਪ੍ਰਾਣਾਂ ਦਾ ਵਿਯੋਗ ਹੋਇਆ, ਜਿਤ ਦਿਨ ਦੇਹ ਬਿਨਸੀ, ਇਹ ਸਰੀਰ ਨਾਸ਼ ਹੋ ਗਿਆ, ਭਾਵ ਸਰੀਰ ਚੋਂ ਜੀਵ ਆਤਮਾ ਉਡਾਰੀ ਮਾਰ ਗਿਆ, ਤੇ ਜਿਨ੍ਹਾਂ ਬਦਲੇ ਤੂੰ ਇੰਨਾ ਮੋਹ ਕਰ ਰਿਹਾ, ਪ੍ਰੇਮ ਕਰ ਰਿਹਾ, ਇਹ ਸਾਰਿਆਂ ਨੇ ਉਸ ਵੇਲੇ ਪ੍ਰੇਤ ਕਹਿਣਾ। ਪ੍ਰੇਤ ਘਰ ਵਾਲੀ ਪਿਆਰੀ ਇਸਤਰੀ, ਜਿਹਦੇ ਨਾਲ ਸਭ ਤੋਂ ਵੱਧ ਗੁਰੂ ਕੇ ਪਿਆਰਿਓ ਇਹ ਮਨੁੱਖ ਪ੍ਰੇਮ ਕਰਦਾ। ਮਾਂ ਪਿਓ ਨੇ ਇੰਨੇ ਪਰਉਪਕਾਰ ਕੀਤੇ, ਮਾਤਾ ਨੇ 9 ਮਹੀਨੇ ਪੇਟ ਵਿੱਚ ਰੱਖਿਆ, ਪਾਲਣਾ ਕੀਤੀ, ਜਨਮ ਦਿੱਤਾ, ਪੀੜਾ ਸਹੀ, ਗਿੱਲੇ ਥਾਂ ਤੇ ਆਪ ਪੈ ਕਰਕੇ ਸੁੱਕੇ ਥਾਂ ਤੇ ਪੁੱਤ ਨੂੰ ਪਾਇਆ। ਸੋ ਇਸੇ ਤਰ੍ਹਾਂ ਗੁਰੂ ਕੇ ਪ੍ਰੇਮੀਓ, ਸੋ ਗੰਦਗੀ ਸਾਫ਼ ਕੀਤੀ, ਸੋ ਆਪਣੀ ਜਵਾਨੀ ਝੁੰਘਾ ਕਰਕੇ ਪੁੱਤ ਦੀ ਪਾਲਣਾ ਕੀਤੀ, ਔਰ ਪਿਓ ਨੇ ਬਾਹਰੋਂ ਕਮਾ ਕੇ ਲਿਆ ਕੇ ਸੋ ਦਹਾਂ ਦੀ ਕਿਰਤ ਕਰਕੇ ਆਪ ਔਖਾ ਹੋ ਕਰਕੇ ਵੀ ਪੁੱਤ ਨੂੰ ਪਾਲਿਆ, ਪਰ ਘਰਵਾਲੀ ਦੇ ਮੋਹ ਵਿੱਚ ਲੱਗ ਕਰਕੇ ਸੋ ਸਭ ਕੁਝ ਹੀ ਭੁਲਾ ਲਿਆ, ਮਾਂ ਪਿਓ ਦੇ ਪਰਉਪਕਾਰ ਜਿਹੜੇ ਵਿਸਾਰ ਦਿੱਤੇ। ਸੋ ਇਹੋ ਜਿਹੀ ਹਾਲਤ, ਉਹ ਜੋ ਸਭ ਤੋਂ ਨੇੜੇ ਜਿਹਦੇ ਨਾਲ ਬਹੁਤਾ ਪ੍ਰੇਮ ਕਰਦਾ ਨਾ, ਉਹ ਵੀ ਘਰ ਕੀ ਨਾਰ ਉਰੇ ਤਨ ਲਾਗੀ, ਉਹ ਤੋਂ ਪ੍ਰੇਤ ਪ੍ਰੇਤ ਕਰ ਭਾਗੀ। ਉਹ ਜਿਹੜੀ ਸਦਾ ਨਾਲ ਲੱਗੀ ਰਹਿੰਦੀ ਸੀ, ਉਹ ਪ੍ਰੇਤ ਪ੍ਰੇਤ ਕਹਿ ਕੇ ਭੱਜ ਗਈ, ਕਹਿੰਦੀ ਛੇਤੀ ਲੈ ਜਾਓ ਕਿਤੇ ਪ੍ਰੇਤ ਸਾਨੂੰ ਚੰਬੜ ਨਾ ਜਾਏ। ਸੋ ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਹਨ,
ਖਿਨ ਮਾਤਰ ਵਿੱਚ ਹੀ ਸਾਰੇ ਛੱਡ ਕੇ ਭੱਜ ਗਏ, ਜਿਨ੍ਹਾਂ ਨਾਲ ਬਹੁਤਾ ਪ੍ਰੇਮ ਲਾ ਬੈਠਾ ਸੀ। ਪਕੜ ਚਲਾਇਨ ਦੂਤ ਜਮ। ਸਾਰੀ ਪੰਕਤੀ ਪੜ੍ਹਦੇ ਕਰ। ਪਕੜ ਚਲਾਇਨ ਦੂਤ ਜਮ, ਕਿਸੈ ਨਾ ਦੇਨੀ ਭੇਤ। ਸੋ ਤਿਤ ਵੇਲੇ ਕਹਿਸਨ ਪ੍ਰੇਤ, ਉਹ ਵੀ ਪ੍ਰੇਤ ਕਹਿ ਕਰਕੇ ਭੱਜ ਗਈ, ਨੇੜਿਓਂ ਦੂਰ ਹੋ ਗਈ, ਕੋਈ ਨੇੜੇ ਨਹੀਂ ਆਉਂਦਾ। ਸਤਿਗੁਰੂ ਫਰਮਾਉਂਦੇ ਹਨ, ਜਿਸ ਵੇਲੇ ਜਮਦੂਤਾਂ ਨੇ ਪਕੜ ਕੇ ਪਰਲੋਕ ਨੂੰ ਚਲਾਤਾ ਹੈ ਜੀਵ ਨੂੰ, ਕਿਸੈ ਨਾ ਦੇਨੀ ਭੇਤ। ਉਸ ਵੇਲੇ ਕਿਸੇ ਨੂੰ ਭੇਤ ਨਹੀਂ ਮਿਲਿਆ ਕਿ ਇਹ ਕਿੱਧਰ ਨੂੰ ਗਿਆ ਹੈ, ਕਿਹੜੇ ਰਸਤੇ ਗਿਆ ਹੈ, ਕਿਸ ਤਰ੍ਹਾਂ ਗਿਆ ਹੈ, ਕੌਣ ਲੈ ਕੇ ਗਿਆ ਹੈ। ਕਿਸੇ ਨੂੰ ਭੇਤ ਨਹੀਂ ਪਿਆਰਿਓ ਮਿਲਦਾ। ਉਸ ਵੇਲੇ ਹੱਥਾਂ ਵਿੱਚ ਨਬਜ਼ਾਂ ਫੜੀਆਂ ਰਹਿ ਜਾਂਦੀਆਂ, ਹਾਏ ਹਾਏ ਕਰਦੇ ਰਹਿ ਜਾਂਦੇ ਸਾਰੇ ਹੀ, ਪਰ ਕਿਸੇ ਨੂੰ ਕੋਈ ਪਤਾ ਨਹੀਂ ਲੱਗਦਾ ਕਿ ਉਹ ਕਿੱਧਰ ਲੈ ਗਏ। ਛੱਡ ਖੜੋਤੇ ਖਿਣੈ ਮਾਹੇ, ਜਿਣ ਸਿਓ ਲੱਗਾ ਹੇਤ। ਇਸ ਤਰ੍ਹਾਂ ਥੋੜਾ ਕੁ ਸਮਾਂ ਰੋ ਵਿਰਲਾਪ ਕਰਕੇ ਫਿਰ ਛੱਡ ਕੇ ਤੇ ਖਿਨ ਵਿੱਚ ਹੀ ਪਾਸੇ ਹੋ ਜਾਂਦੇ ਆ, ਜਿਨ੍ਹਾਂ ਨਾਲ ਇਹ ਜੀਵ ਸਾਰੀ ਉਮਰ ਚਿੱਤ ਲਾਈ ਰੱਖਦਾ ਹੈ, ਬਹੁਤਾ ਪ੍ਰੇਮ ਲਾਈ ਰੱਖਦਾ ਹੈ। ਹੱਥ ਮਰੋੜੈ ਤਨ ਕਪੇ, ਸਿਆਹ ਹੋਆ ਸੇਤ। ਗੁਰੂ ਪ੍ਰੇਮੀਓ, ਸਰੀਰ ਜਿਸ ਵੇਲੇ ਪ੍ਰਾਣਾਂ ਦਾ ਵਿਯੋਗ ਪੈਂਦਾ ਹੈ, ਉਸ ਵੇਲੇ ਜਮਦੂਤ ਜਦੋਂ ਇਹ ਸਰੀਰ ਚੋਂ ਜੀਵਾਤਮਾ ਨੂੰ ਖਿੱਚਦੇ ਆ, ਇਹ 9 ਮਹੀਨੇ, ਕਿਉਂਕਿ ਆਤਮਾ ਨੂੰ 6 ਮਹੀਨੇ ਲੱਗ ਜਾਂਦੇ ਸਰੀਰ ਦੇ ਵਿੱਚ ਗੰਢ ਪੈਂਦਿਆਂ, ਗੰਢੇਂਦਿਆਂ 6 ਮਾਹ ਤੁੜਨਦਿਆਂ ਹਿੱਕ ਖਿਨੋ। ਉਹ ਜਿਹੜਾ ਬੜਾ ਪੱਕਾ ਜੋੜ ਪਿਆ ਨਾ, ਜਦੋਂ ਜੀਵ ਆਤਮਾ ਨੂੰ ਇਹ ਹੱਡਾਂ ਚੋਂ ਖਿੱਚਦੇ ਆ ਜਮਦੂਤ, ਉਸ ਵੇਲੇ ਹੱਥ ਪੈਰ ਜਿਹੜੇ ਆ ਨਾ ਮਰੋੜੇ ਜਾਂਦੇ ਆ, ਬੜਾ ਆਕੜ ਚੜ੍ਹਦੇ ਆ, ਪੀੜ ਹੁੰਦੀ ਆ। ਔਰ ਸਿਆਹੋ ਹੋਆ ਸੇਤ, ਚਿਹਰੇ ਦਾ ਰੰਗ ਜਿਹੜਾ ਪਹਿਲਾਂ ਚਿੱਟਾ ਸੀ ਉਹ ਕਾਲਾ ਹੋ ਜਾਂਦਾ, ਕਾਲਾ ਬਦਲ ਜਾਂਦਾ, ਬਦਲ ਇਹੋ ਜੀ ਹਾਲਤ ਹੋ ਜਾਂਦੀ ਹੈ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਧੰਨ ਗੁਰੂ ਗਰੀਬ ਨਵਾਜ ਜੀ ਫਰਮਾ ਰਹੇ ਹਨ, ਪਿਆਰਿਓ, ਜਿਹੋ ਜੇ ਇਹ ਜੀਵ ਕਰਮ ਕਰਦਾ ਨਾ ਇਸ ਦੇਹ ਦੇ ਵਿੱਚ, ਉਹ ਕਰਮਾਂ ਦੀ ਖੇਤੀ ਨੂੰ ਹੀ ਫਿਰ ਵੱਢਦਾ ਹੈ। ਜਿਹੋ ਜਿਹਾ ਬੀਜਦਾ ਉਹੋ ਜਿਹਾ ਖਾਂਦਾ। ਜੇ ਤਾਂ ਪੁੰਨ ਕਰਮ ਕੀਤੇ ਆ, ਸੇਵਾ ਸਿਮਰਨ ਭਾਵ ਭਗਤੀ ਕੀਤੀ ਆ, ਤਾਂ ਅੱਗੇ ਸੁਖ ਲੈਂਦਾ। ਔਰ ਜੇਕਰ ਇਹ ਜੀਵ ਨੇ ਪਾਪ ਕੀਤੇ ਆ, ਜੀਵਾਂ ਨੂੰ ਦੁੱਖ ਦਿੱਤਾ ਹੈ, ਵਿਸ਼ੇ ਭੋਗੇ ਆ, ਤਾਂ ਫਿਰ ਇਹਨੂੰ ਦੁੱਖ ਮਿਲਦਾ ਹੈ। ਜੋ ਬੀਜਦਾ ਉਹੀ ਵੱਢਦਾ ਹੈ। ਕਰਮਾਂ ਦਾ ਖੇਤ ਹੈ ਜੇ, ਇਹਦੇ ਅਨੁਸਾਰ ਹੀ ਦੁੱਖ ਸੁੱਖ ਮਿਲਦਾ ਹੈ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਨਕ ਨਾਮ ਦੀ ਮੋਹਰ ਛਾਪ ਲਾ ਕੇ ਇਹ ਸ਼ਬਦ ਦੀਆਂ ਸੰਪੂਰਨਤਾ ਦੀਆਂ ਪੰਕਤੀਆਂ ਉਚਾਰ ਰਹੇ ਹਨ ਕਿ ਪਿਆਰਿਓ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਹਾਂ। ਤੁਸੀਂ ਵੀ ਬੇਨਤੀ ਕਰੋ, ਇਹ ਅਕਾਲ ਪੁਰਖ ਜੀਓ, ਸਤਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਹਾਂ। ਆਪ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦਾ ਜਹਾਜ਼ ਬਖਸ਼ਿਸ਼ ਕਰੋ, ਚਰਨਾਂ ਦਾ ਆਸਰਾ ਬਖਸ਼ਿਸ਼ ਕਰੋ। ਜਹਾਜ਼ ਦੀ ਤਰ੍ਹਾਂ ਹੈ ਜੋ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ। ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਕੇ ਫਰਮਾ ਰਹੇ ਹਨ ਇਹ ਸ਼ਬਦ ਨੂੰ ਸੰਪੂਰਨ ਕਰਦਿਆਂ ਕਿ ਗੁਰੂ ਪ੍ਰੇਮੀਓ, ਜਿਨ੍ਹਾਂ ਦਾ ਗੁਰੂ ਚਰਨਾਂ ਨਾਲ ਪ੍ਰੇਮ ਹੈ, ਭਾਦੋਂ ਦੇ ਮਹੀਨੇ ਨੂੰ ਸੰਪੂਰਨ ਕਰਦਿਆਂ ਸਤਿਗੁਰੂ ਜੀ ਕਥਨ ਕਰਦੇ ਹਨ,
ਕਿ ਉਹਨੂੰ ਦੁਬਾਰਾ ਜੂਨਾਂ ਵਿੱਚ ਨਹੀਂ ਪੈਣਾ ਪੈਂਦਾ, ਉਹ ਨਰਕਾਂ ਵਿੱਚ ਜਾ ਕੇ ਨਹੀਂ ਪੈਂਦੇ ਜੋ ਗੁਰੂ ਦੇ ਨਾਲ ਪ੍ਰੇਮ ਕਰਦੇ ਆ। ਕਿਉਂਕਿ ਸੇ ਜਾਮਨ ਪੇਖੇ ਨੈਣ, ਉਹ ਆਪਣੀਆਂ ਅੱਖਾਂ ਨਾਲ ਜਮਾਂ ਨੂੰ ਨਹੀਂ ਵਹਿੰਦੇ। ਜੋ ਗੁਰੂ ਦੇ ਸੁਨ ਅਨਹਤ ਮੋਹੇ ਬੈਨ, ਜੋ ਸਤਿਗੁਰੂ ਜੀ ਦੇ ਇਹ ਬਚਨਾਂ ਨੂੰ ਸੁਣ ਕੇ ਤੇ ਇਹਦੇ ਵਿੱਚ ਪ੍ਰੇਮ ਕਰਦੇ ਆ। ਇਸ ਕਰਕੇ ਸੇ ਨਰਕ ਨਾ ਡੀਠੜਿਆ, ਉਹ ਗੁਰੂ ਕੇ ਪਿਆਰਿਓ ਨਰਕ ਨਹੀਂ ਵੇਖਦੇ, ਕਿਉਂਕਿ ਦੂਰ ਰਹੀ ਉਹ ਜਨ ਤੇ ਬਾਟ। ਨਰਕਾਂ ਵਿੱਚ ਜਾਣ ਵਾਲਾ ਰਸਤਾ ਤੇ ਜਿਸ ਰਸਤੇ ਦੇ ਉੱਪਰ ਜਮਦੂਤ ਟੈਕਸ ਲਾਉਂਦੇ ਆ, ਉਹ ਰਸਤਾ ਗੁਰਮੁਖਾਂ ਤੋਂ, ਮਹਾਂਪੁਰਖਾਂ ਤੋਂ, ਗੁਰੂ ਦੇ ਸਿੱਖਾਂ ਤੋਂ ਦੂਰ ਰਹਿ ਜਾਂਦਾ। ਜੋ ਮਾਣ ਤਿਆਗ ਕੇ, ਵਿਕਾਰ ਤਿਆਗ ਕੇ ਗੁਰੂ ਕੀ ਸੇਵਾ ਵਿੱਚ ਜੁਟੇ ਰਹਿੰਦੇ ਆ। ਧੰਨ ਗੁਰੂ ਗਰੀਬ ਨਿਵਾਸ ਜੀ ਨੇ ਕਿਰਪਾ ਕਰਕੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਉਪਦੇਸ਼ ਦੀ ਵਿਚਾਰ ਕਰਦਿਆਂ ਤੁੱਛ ਬੁੱਧੀ ਦੇ ਨਾਲ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਸਤਿਗੁਰੂ ਰਹਿਮਤ ਕਾਰਨ ਜਿਵੇਂ ਪਿਛਲਾ ਮਹੀਨਾ ਚੜ੍ਹਦੀ ਕਲਾ ਨਾਲ ਸਤਿਗੁਰਾਂ ਬਤੀਤ ਕਰਾਇਆ, ਇਹ ਚੜ੍ਹਿਆ ਮਹੀਨਾ ਭਾਦੋ ਦਾ ਸਾਰੀਆਂ ਸੰਗਤਾਂ ਦਾ ਸਤਿਗੁਰੂ ਜੀ ਚੜ੍ਹਦੀ ਕਲਾ ਨਾਲ ਬਤੀਤ ਕਰਾਉਣਾ, ਔਰ ਸਾਰਿਆਂ ਨੂੰ ਗੁਰੂ ਚਰਨਾਂ ਨਾਲ ਸਾਨੂੰ ਪ੍ਰੇਮ ਬਖਸ਼ਣਾ। ਆਓ ਜੀ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ ਜੀ। ਨਾਨਕ ਪ੍ਰਭ ਸਰਨਾਗਤੀ, ਚਰਨ ਬੋਹਿਥ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।